ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਅੱਜ ਫੇਰ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮੇਰੇ ਮਹਿਮਾਨ ਨੇ ਜੀ ਪ੍ਰੇਮ ਗਿੱਲ ਹਰੀ। ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਆ। ਇੱਕ ਵਾਰੀ ਫੇਰ ਜਿਹੜਾ ਮੌਜੂਦਾ ਦੌਰ ਦੇ ਵਿੱਚ ਅਸੀਂ ਕਰੋਨਾ ਨੂੰ ਲੈ ਕੇ ਜਿਹੜਾ ਸੰਤਾਪ ਸਾਰੀ ਦੁਨੀਆ ਭੋਗ ਰਹੀ ਆ ਉਹਦੇ 'ਤੇ ਗੱਲ ਕਰਨੀ ਆ। ਇੱਕ ਉਹਦਾ ਵੇਰੀਐਂਟ ਜਾਂਦਾ ਹੈ, ਦੂਸਰਾ ਵੇਰੀਐਂਟ ਆ ਜਾਂਦਾ ਹੈ, ਲੋਕ ਪਰੇਸ਼ਾਨ ਨੇ ਕਿ ਆਖਿਰਕਾਰ ਬਣੇਗਾ ਕੀ। ਅੱਜ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਲਗਾਤਾਰ ਇਹ ਆ ਕਿ ਯੂਰਪ ਦੇ ਵਿੱਚ ਜਿਹੜਾ ਆ ਉਹ ਲੋਕਡਾਊਨ ਸ਼ੁਰੂ ਹੋ ਚੁੱਕੇ ਆ। ਬਹੁਤ ਸਾਰੇ ਕੰਟਰੀਜ਼ ਜਿਹੜੇ ਆ ਉਹ ਨਾਈਟ ਕਰਫਿਊ ਤੱਕ ਗਏ ਆ। ਇੱਥੋਂ ਤੱਕ ਕਿ ਭਾਰਤ ਦੇ ਵੀ ਕੁਝ ਜਗ੍ਹਾ ਦੇ ਉੱਤੇ ਚੰਡੀਗੜ੍ਹ ਅਤੇ ਕੁਝ ਜਗ੍ਹਾ ਹੋਰ ਸ਼ਹਿਰ ਨੇ ਜਿਨ੍ਹਾਂ ਦੇ ਨਾਈਟ ਕਰਫਿਊ ਜਿਹੜਾ ਉਹ ਲਾਉਣ ਲਈ ਮਜਬੂਰ ਹੋਣਾ ਪਿਆ ਸਰਕਾਰਾਂ ਨੂੰ। ਮਜਬੂਰ ਹੋਣਾ ਪਿਆ ਜਾਂ ਇਹਦੇ ਪਿੱਛੇ ਕੀ ਕਾਰਨ ਨੇ, ਕਿਉਂਕਿ ਹਰ ਇੱਕ ਜਿਹੜੀ ਚੀਜ਼ ਹੁੰਦੀ ਆ ਉਹਦੇ ਕਈ ਪਹਿਲੂ ਹੁੰਦੇ ਆ ਅਤੇ ਇੱਕ ਐਸਾ ਪਹਿਲੂ ਆ ਜਿਸ 'ਤੇ ਪ੍ਰੇਮ ਗਿੱਲ ਨੇ ਕਾਫੀ ਸਟੱਡੀ ਕੀਤੀ ਆ। ਔਰ ਪਿਛਲੇ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਨੂੰ ਦੱਸਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਦੁਨੀਆ ਭਰ ਵਿੱਚ ਜਿਹੜਾ ਕਾਰਪੋਰੇਟ ਆ ਉਹਦਾ ਇੱਕ ਜਾਲ ਹੈ ਜਿਹਦੇ 'ਚੋਂ ਅਸੀਂ ਨਿਕਲ ਰਹੇ ਹਾਂ। ਔਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਮਜਬੂਰੀਆਂ ਨੇ ਕਿ ਉਹ ਕਾਰਪੋਰੇਟ ਦੇ ਥਰੂ ਹੀ ਪਾਵਰ ਚਾਹੁੰਦੇ ਨੇ ਔਰ ਉਹਨਾਂ ਦੇ ਕੋਲੋਂ ਉਹਨਾਂ ਨੇ ਲਗਾਤਾਰ ਫੰਡਿੰਗ ਲੈਣੀ ਹੁੰਦੀ ਆ। ਕਈ ਹੋਰ ਐਸੇ ਕਾਰਨ ਹੁੰਦੇ ਆ ਕਿ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਕਿ ਉਹ ਕਾਰਪੋਰੇਟ ਨੂੰ ਸਹਿਯੋਗ ਦੇਣ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰੇਮ ਗਿੱਲ ਦਾ ਸਵਾਗਤ ਕਰਦੇ ਹਾਂ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵੈਲਕਮ। ਧੰਨਵਾਦ ਜੀ, ਧੰਨਵਾਦ। ਗਿੱਲ ਸਾਹਿਬ ਪਿਛਲੀ ਵਾਰ ਤੁਸੀਂ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ, ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕਾਫੀ ਇਹ ਗੱਲਾਂ ਪਸੰਦ ਆਈਆਂ ਸੀਗੀਆਂ ਕਿ ਅਸਲ ਦੇ ਵਿੱਚ ਆਪਾਂ ਇੱਕ ਪੱਖ ਡਿਸਕਸ ਕਰਦੇ ਆਏ ਹਾਂ ਕਿ ਬੜੀ ਖਤਰਨਾਕ ਬਿਮਾਰੀ ਆ, ਇਹਦੇ ਕੋਲ ਬਚਣਾ ਚਾਹੀਦਾ ਆ। ਸੋਸ਼ਲ ਡਿਸਟੈਂਸ, ਮੇਰੇ ਕੁਝ ਦੋਸਤ ਕਹਿੰਦੇ ਆ ਕਿ ਫਿਜ਼ੀਕਲ ਡਿਸਟੈਂਸ ਨਾ ਹੋਣਾ ਚਾਹੀਦਾ, ਸੋਸ਼ਲ ਡਿਸਟੈਂਸ ਨਾ ਹੀ ਗਲਤ ਆ। ਸੋਸ਼ਲੀ ਤਾਂ ਸਾਨੂੰ ਇੱਕ ਦੂਜੇ ਦੇ ਨੇੜੇ ਰਹਿਣਾ ਚਾਹੀਦਾ ਆ। ਫਿਜ਼ੀਕਲ ਡਿਸਟੈਂਸ ਵਰਤਿਆ ਜਾਂਦਾ ਤਾਂ ਬਿਹਤਰ ਸੀ, ਇਹਦਾ ਨਾਂ ਰੱਖਿਆ ਗਿਆ ਸੋਸ਼ਲ ਡਿਸਟੈਂਸ। ਔਰ ਇਸ ਤਰ੍ਹਾਂ ਹੀ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਬਾਰ-ਬਾਰ ਦੇਖਦੇ ਆ ਰਹੇ ਹਾਂ। ਸੋ ਆਪਾਂ ਦੁਬਾਰਾ ਉੱਤੇ ਫਿਰ ਆਵਾਂਗੇ ਕਿ ਇਹਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿੰਨੀ ਤਰ੍ਹਾਂ ਦੇ ਵੇਰੀਐਂਟ ਆ ਗਏ, ਕਿੰਨੀ ਤਰ੍ਹਾਂ ਦੀਆਂ ਇਹ ਮੁਸ਼ਕਲਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਜਿਹੜਾ ਆਮ ਅਜੇ ਅਸੀਂ ਠੀਕ ਜਗ੍ਹਾ 'ਤੇ ਬੈਠੇ ਆ ਇਹਨਾਂ ਮੁਲਕਾਂ 'ਚ, ਚਾਹੇ ਉਸ ਕੈਪੀਟਲਿਸਟ ਸਮਾਜ ਦਾ ਹਿੱਸਾ ਹੀ ਨੇ, ਪਰ ਫਿਰ ਵੀ ਇਹ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਲਈ ਕੁਛ ਨਾ ਕੁਛ ਉਹਨਾਂ ਨੂੰ ਜਿਹੜਾ ਉਹ ਦਰਦ ਕਹਿ ਲਓ ਜਾਂ ਉਹਨਾਂ ਦੀ ਜ਼ਰੂਰਤ ਬਣ ਜਾਂਦੀ ਹੈ ਕਿ ਉਹ ਮਦਦ ਕਰਦੇ ਨੇ। ਪਰ ਦੂਜੇ ਪਾਸੇ ਜਿਹੜੇ ਅੰਡਰ ਡਿਵੈਲਪ ਮੁਲਕ ਨੇ ਜਿਨ੍ਹਾਂ ਦੇ ਵਿੱਚ ਗਰੀਬੀ ਆ, ਭੁੱਖਮਰੀ ਆ, ਉਹਨਾਂ ਮੁਲਕਾਂ ਵਾਸਤੇ ਇੱਕ ਬੜੀ ਵੱਡੀ ਤਰਾਸਦੀ ਦੇ ਰੂਪ 'ਚ ਇਹ ਚੀਜ਼ ਸਾਹਮਣੇ ਆਈ ਆ। ਹਜ਼ਾਰਾਂ ਲੱਖਾਂ ਲੋਕ ਜਿਹੜੇ ਆ ਉਹ ਜਾਨ ਗਵਾ ਚੁੱਕੇ ਆ ਔਰ ਇਹਦੇ ਬਾਵਜੂਦ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ। ਸੋ ਇਹ ਜਿਹੜਾ ਸਾਰਾ ਸੈਨਾਰੀਓ ਹੈ ਇਹਦੇ ਬਾਰੇ ਤੁਸੀਂ ਇੱਕ ਵਾਰੀ ਸ਼ੁਰੂਆਤ ਤੋਂ ਚਰਚਾ ਕਰੋ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਲਈ ਇਹ 'ਚੋਂ ਨਿਕਲ ਕਿਵੇਂ ਪਾਵਾਂਗੇ ਆਪਾਂ ਆਖਿਰਕਾਰ। ਜੀ ਧੰਨਵਾਦ ਜੀ। ਪਹਿਲਾਂ ਤਾਂ ਮੈਂ ਤਹਿ ਦਿਲ ਤੋਂ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਦੁਬਾਰਾ ਕਰਵਾਇਆ। ਗਿੱਲ ਸਾਹਿਬ ਦੇਖੋ, ਸਵਾਲ ਤੁਸੀਂ ਕਾਫੀ ਕਰ ਦਿੱਤੇ ਆ ਅਤੇ ਮੈਂ ਹੌਲੀ ਹੌਲੀ ਉਹਦਾ ਜਵਾਬ ਦੇਣਾ ਹੌਲੀ ਹੌਲੀ ਦਊਂਗਾ। ਅਸਲ 'ਚ ਜਿੰਨਾ ਵੀ ਜਿਹੜਾ ਵਰਤਾਰਾ ਹੋ ਰਿਹਾ ਨਾ ਇਹ ਕੋਈ ਹੁਣ ਤੋਂ ਹੀ ਨਹੀਂ ਹੋ ਰਿਹਾ। ਇਹ ਪੂੰਜੀਵਾਦੀ ਜਿਹੜੇ ਲੋਕ ਸੀਗੇ ਇਹਨਾਂ ਨੇ ਸ਼ੁਰੂ ਤੋਂ ਹੀ ਜਿਹੜੇ ਗਰੀਬ ਕੁਚਲੇ ਹੋਏ ਲੋਕਾਂ ਨੂੰ ਗੁਲਾਮ ਇਹਨਾਂ ਨੇ ਸ਼ੁਰੂ ਤੋਂ ਹੀ ਬਣਾਇਆ। ਇਹ ਕੋਈ ਅੱਜ ਦੀ ਨਹੀਂ ਗੱਲ, ਬਟ ਹੁਣ ਉਦੋਂ ਕੀ ਹੁੰਦਾ ਸੀਗਾ ਕਿ ਉਦੋਂ ਟੈਕਨੋਲੋਜੀ ਇੰਨੀ ਐਡਵਾਂਸ ਨਹੀਂ ਸੀਗੀ ਅਤੇ ਉਹ ਫਿਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਦਬਾਉਂਦੇ ਸੀਗੇ, ਉਹਨਾਂ ਨੂੰ ਪਾਵਰ ਦੇ ਨਾਲ ਕਿ ਜਿਨ੍ਹਾਂ ਦੇ ਕੋਲ ਜ਼ਿਆਦਾ ਫੌਜਾਂ ਹੁੰਦੀਆਂ ਸੀਗੀਆਂ ਉਹ ਦੂਸਰੇ ਛੋਟੇ ਬੰਦਿਆਂ ਨੂੰ ਦਬਾ ਦਿੰਦੇ ਸੀਗੇ ਕਿਸੇ ਨਾ ਕਿਸੇ ਤਰੀਕੇ ਨਾਲ। ਬਟ ਹੁਣ ਜਿਹੜਾ ਇਹ ਯੁੱਗ ਆਇਆ ਆ ਇਹਦੇ ਵਿੱਚ ਕੀ ਆ ਕਿ ਇਹਦੇ ਨਾਲ ਉਹਨਾਂ ਨੂੰ ਬੜਾ ਸੌਖਾ ਜਿਹਾ ਕੰਮ ਲੱਗ ਪਿਆ ਕਿ ਚਲੋ ਜੀ ਹਥਿਆਰ ਤਾਂ ਦਿਸਦੇ ਵੀ ਨਹੀਂ ਗੇ, ਉਹ ਟੈਕਨੋਲੋਜੀ ਦੇ ਵਿੱਚ ਹੀ ਇਨਵਿਜ਼ੀਬਲ ਹਥਿਆਰ ਜਿਹੜੇ ਆ ਉਹਨਾਂ ਦੇ ਨਾਲ ਹੀ ਉਹ ਲੋਕਾਂ ਨੂੰ ਹੁਣ ਦਬਾਉਣਾ ਚਾਹੁੰਦੇ ਆ। ਜਿਹੜੀ ਜਿਹਦੇ ਬਾਰੇ ਡੀਪੋਪੂਲੇਸ਼ਨ ਜਿਹਨੂੰ ਕਹਿੰਦੇ ਆ। ਬੜੀ ਇੱਕ ਤਰਾਸਗੀ ਆ ਕਿ ਜਿਹੜਾ ਅੱਜ ਦਾ ਇਨਸਾਨ ਆ ਨਾ ਉਹ ਟੈਕਨੋਲੋਜੀ ਦੇ ਬਗੈਰ ਰਹਿ ਨਹੀਂ ਸਕਦਾ। ਟੈਕਨੋਲੋਜੀ ਇੱਕ ਇੱਦਾਂ ਦੀ ਚੀਜ਼ ਆ ਕਿ ਜਿਹੜੀ ਕਹਿ ਲਓ ਕਿ ਉਹਨੇ ਰਿਸ਼ਤੇ ਨਾਤੇ ਸਾਰਾ ਕੁਛ ਮਤਲਬ ਇੱਕ ਆਪਣੇ ਵਿੱਚ ਹੀ ਸਮੇਟ ਕੇ ਰੱਖ ਲਿਆ। ਕਿ ਤੁਸੀਂ ਦੇਖ ਲਓ ਕਿ ਇੱਕ ਬੱਚਾ ਵੀ ਜੇ ਕੋਈ ਗਿਫਟ ਵੀ ਮੰਗਦਾ ਤਾਂ ਉਹ ਕਹਿੰਦਾ ਕਿ ਮੈਨੂੰ ਮੋਬਾਈਲ ਫੋਨ ਲੈ ਕੇ ਦਿਓ, ਉਹ ਵੀ ਬ੍ਰਾਂਡਡ, ਕਿ ਜਿਹੜਾ ਨਵੀਂ ਟੈਕਨੋਲੋਜੀ ਦਾ ਮੋਬਾਈਲ ਫੋਨ ਹੈ ਨਾ ਉਹ ਮੈਨੂੰ ਚਾਹੀਦਾ। ਇਹ ਮਤਲਬ ਇੱਕ ਬੜੀ ਵੱਡੀ ਤਰਾਸਗੀ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਉਹ ਕਹਿ ਲਓ ਕਿ ਬਹੁਤ ਮੰਦਭਾਗੀਆਂ ਆ। ਤੁਸੀਂ ਦੇਖ ਲਓ ਕਿ ਰਿਸ਼ਤੇ ਨਾਤੇ ਸਾਰਾ ਕੁਝ ਭੁੱਲ ਗਏ
ਮਾਂ ਪਿਓ ਨੂੰ ਵੀ ਉਹ ਕਿਸੇ ਦੇ ਤੁਸੀਂ ਘਰ ਜਾਂਦੇ ਆ ਤੇ ਉਹ ਅਲੱਗ-ਅਲੱਗ ਫੋਨ ਲੈ ਕੇ ਬੈਠੇ ਆ ਆਪਣਾ ਉਹ ਅਲੱਗ-ਅਲੱਗ ਜਿਹੜੀਆਂ ਸਾਈਟਾਂ ਖੋਲ ਕੇ ਬੈਠੇ ਆ, ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਹੀ ਨਹੀਂ। ਸੋਸ਼ਲ ਜਿਹੜਾ ਕਹਿੰਦੇ ਸੀਗਾ ਕਿ ਸੋਸ਼ਲ ਇੰਟਰੈਕਸ਼ਨ ਨਹੀਂ ਆ, ਉਹ ਬਿਲਕੁਲ ਖਤਮ ਹੋ ਚੁੱਕੀ ਆ। ਉਹਦਾ ਕਾਰਨ ਸਭ ਤੋਂ ਵੱਡਾ ਜੀ ਇਹ ਸੈੱਲ ਫੋਨ ਹੈ ਜੀ। ਇਸ ਸੈੱਲ ਫੋਨ ਦੇ ਕਾਰਨ ਹੀ ਮਤਲਬ ਅੱਜ ਅਸੀਂ ਸੰਤਾਪ ਭੋਗ ਰਹੇ ਹਾਂ। ਇਹ ਜਿਹੜਾ ਸੈੱਲ ਫੋਨ ਆ, ਇਹ ਦੇਖੋ ਕਿ ਪਹਿਲਾਂ ਇਹਨਾਂ ਨੇ 1G ਕੱਢਿਆ, ਫਿਰ 2G ਕੱਢਿਆ, ਫਿਰ 3G ਕੱਢਿਆ, 4G। ਮੈਂ ਪਿਛਲੀ ਵਾਰੀ ਡਿਟੇਲ ਵਿੱਚ ਦੱਸਿਆ ਸੀਗਾ ਕਿ ਕਿੱਦਾਂ ਇਹ 1G 2G 3G 4G 5G, ਹੁਣ 5G ਆ ਗਿਆ। ਹੁਣ ਜਿਹੜਾ 5G ਆ, ਹੁਣ 4G ਤੇ 5G ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। 4G ਜਿਹੜਾ ਆ ਉਹ 2.4 ਗੀਗਾਹਰਟਜ਼ ਦੇ ਉੱਤੇ ਚੱਲਦਾ, ਤੇ ਜਿਹੜਾ 5G ਆ ਇਹਦੀ ਜਿਹੜੀ ਫ੍ਰੀਕੁਐਂਸੀ ਹੈ ਇਹਦੀ ਸਟਾਰਟਿੰਗ ਹੀ 3 ਗੀਗਾਹਰਟਜ਼ ਤੋਂ ਲੈ ਕੇ 300 ਗੀਗਾਹਰਟਜ਼ ਤੱਕ ਜਾਂਦੀ ਹੈ। ਹੁਣ ਤੁਸੀਂ ਦੇਖੋ ਕਿ ਅਸੀਂ ਕਿਤੇ ਐਕਸਰਾ ਕਰਵਾਉਣ ਜਾਂਦੇ ਹਾਂ ਤੇ ਉਹਦੇ ਲਈ ਵੀ ਕਿੰਨਾ ਡਾਕਟਰ ਜਿਹੜਾ ਆ ਉਹ ਸਾਡੇ ਜੈਕਟ ਪਾਉਂਦਾ ਆ ਤੇ ਆਪ ਉਹ ਬਾਹਰ ਚਲੇ ਜਾਂਦੇ ਕਿ ਉਹਨਾਂ ਨੂੰ ਰੇਡੀਏਸ਼ਨ ਦਾ ਇਫੈਕਟ ਨਾ ਹੋਵੇ। ਉਹ ਜਿਹੜਾ ਐਕਸਰੇ ਆ ਉਹ ਤਾਂ ਤਕਰੀਬਨ ਉਹਦੇ ਵਿੱਚ ਜਿਹੜੀ ਫ੍ਰੀਕੁਐਂਸੀ ਉਹ ਤਾਂ 40 ਤੋਂ ਲੈ ਕੇ 40-50 ਗੀਗਾਹਰਟਜ਼ ਤੱਕ ਜਾਂਦੀ ਹੈ ਉਹਦੀ ਰੇਡੀਏਸ਼ਨ। ਉਹ ਇੰਨੀ ਖਤਰਨਾਕ ਹੋ ਸਕਦੀ ਆ, ਤੇ ਜਿਹੜਾ ਇਹਨਾਂ ਨੇ 300 ਗੀਗਾਹਰਟਜ਼ ਤੱਕ ਜਿਹੜੀ ਫ੍ਰੀਕੁਐਂਸੀ ਟੈਸਟ ਕਰ ਦਿੱਤੀ 5G ਦੀ, ਸਰਕਾਰਾਂ ਕਿਉਂ ਚੁੱਪ ਆ? ਹੁਣ ਮੈਂ ਹਿਸਟਰੀ ਵੱਲ ਜਾਂਦਾ। ਦੂਸਰਾ, ਮੈਂ ਪਿਛਲੀ ਵਾਰੀ ਵੀ ਤੁਹਾਨੂੰ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਦੇਖੋ ਕਿ ਜਿਹੜੀ ਇਹ ਟਾਈਮ ਤੇ ਜਗ੍ਹਾ, ਇਹ ਜਿਹੜਾ ਵਾਇਰਸ ਆ ਉਹ ਕਿਉਂ ਉਹ ਟਾਈਮ ਤੇ ਜਗ੍ਹਾ ਤਾਂ ਚੁਣ ਹੀ ਨਹੀਂ ਸਕਦਾ। ਜਿਹੜਾ ਇਹ ਫਿਰ ਜਿਹੜੀ ਟਾਈਮਿੰਗ ਤੇ ਜਗ੍ਹਾ ਵਾਲੀ ਗੱਲ ਕਿੱਦਾਂ ਆ ਗਈ ਕਿ ਫਲਾਨੀ ਜਗ੍ਹਾ ਦੇ ਵਿੱਚ ਵੇਰੀਐਂਟ ਆ ਗਿਆ ਜੀ। ਪਹਿਲਾਂ ਜਦੋਂ ਸਪੋਜ਼ ਸ਼ੁਰੂ ਤੋਂ ਕਰੋਨਾ ਵਾਇਰਸ ਜਿਹੜਾ ਵੁਹਾਨ ਸਿਟੀ ਵਿੱਚ ਆਇਆ, ਵੁਹਾਨ ਸਿਟੀ ਤੋਂ ਫਿਰ ਬਾਹਰ ਕਿਉਂ ਨਹੀਂ ਗਿਆ? ਈਵਨ ਚਾਈਨਾ ਦੇ ਵਿੱਚ ਹੀ ਸਿਰਫ ਵੁਹਾਨ ਸਿਟੀ ਤੋਂ ਹੀ ਖਬਰਾਂ ਕਿਉਂ ਆ ਰਹੀਆਂ ਸੀਗੀਆਂ ਕਿ ਲੋਕੀ ਇੰਨੇ ਮਰ ਗਏ। ਅੱਛਾ, ਉਸ ਤੋਂ ਬਾਅਦ ਫਿਰ ਜਿਹੜੇ ਹੋਰ ਨਾਲ ਦੇ ਕੰਟਰੀ, ਉੱਥੇ ਨਹੀਂ ਵਾਇਰਸ ਗਿਆ ਉਦੋਂ। ਮੈਂ 2020 ਦੀ ਗੱਲ ਕਰ ਰਿਹਾ। ਸਿੱਧਾ ਵਾਇਰਸ ਜਿਹੜਾ ਆ ਉਹ ਜਾ ਕੇ ਜੀ ਉੱਥੇ US ਵਿੱਚ ਆਪਣੇ ਪਹਿਲਾਂ ਯੂਰਪ ਦੀ ਕੰਟਰੀਜ਼ ਦੇ ਵਿੱਚ ਕਿੰਨੇ ਡੈਥ ਹੋਈਆਂ। ਇਟਲੀ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ, ਫਿਰ ਈਰਾਨ, ਇਟਲੀ, ਫਿਰ ਫਰਾਂਸ, ਜਰਮਨ, ਤੇ ਫਿਰ ਜਾ ਕੇ ਆਪਣੇ ਇੰਗਲੈਂਡ ਦੇ ਵਿੱਚ, ਫਿਰ ਆਸਟ੍ਰੇਲੀਆ, ਮਤਲਬ there are so many countries। ਉਸ ਤੋਂ ਕਹਿੰਦਾ ਮਤਲਬ ਕਿ ਡਿਫਰੈਂਟ ਪਲੇਸਿਸ ਤੇ ਟਾਈਮ ਤੇ ਪਲੇਸਿਸ। ਉਹ ਕਿਉਂ ਚੁਣਿਆ? ਵਾਇਰਸ, ਜੇ ਵਾਇਰਸ ਆ ਤਾਂ ਫਿਰ ਵਾਇਰਸ ਆ। ਉਹਨੂੰ ਕਿਤੇ ਇਹ ਥੋੜ੍ਹਾ ਹੈਗਾ ਕਿ 2 ਮਹੀਨੇ ਜੀ ਉਹਨੇ ਅਫੈਕਟ ਕੀਤਾ, ਉਸ ਤੋਂ ਬਾਅਦ ਉਹਨੂੰ ਕਿਤੇ ਉਹਨੂੰ ਡੰਡੇ ਮਾਰ ਕੇ ਦੜਾਤਾ। ਫਿਰ ਇੱਕ ਹੋਰ ਇੰਟਰਸਟਿੰਗ ਗੱਲ, ਸਰਕਾਰਾਂ ਦੀ ਦੇਖੋ ਇੱਕ ਦੋਹਰੀ ਨੀਤੀ ਕਹਿ ਲਓ ਕਿ ਇੱਕ ਡਬਲ ਸਟੈਂਡਰਡ, ਕਿ ਵਾਇਰਸ ਕਰਾਊਡਡ ਏਰੀਆ ਵਿੱਚ ਕਿਉਂ ਨਹੀਂ ਜਾਂਦਾ। ਇੱਕ ਮਤਲਬ ਕਿ ਮੈਂ ਤਾਂ ਕਰਾਊਡਡ ਏਰੀਆ ਦੀ ਗੱਲ ਕੀਤੀ ਕਿ ਜਿਹੜੇ ਵੱਡੇ ਘਰਾਣੇ ਆ, ਵਾਲਮਾਰਟ ਹੋਇਆ, ਕੌਸਕੋ ਹੋਇਆ, ਉੱਥੇ ਵੀ ਤਾਂ ਵਾਇਰਸ ਜਾ ਹੀ ਸਕਦਾ ਨਾ, ਉੱਥੇ ਉਹਨੂੰ ਵੀਜ਼ਾ ਥੋੜ੍ਹਾ ਲੱਗਦਾ। ਪਰ ਉੱਥੇ ਕੋਈ ਰੋਕ ਟੋਕ ਨਹੀਂ ਹੈਗੀ ਕਿ ਹੁਣ ਤੁਸੀਂ ਦੇਖੋ ਵੈਕਸੀਨੇਸ਼ਨ ਅਨਵੈਕਸੀਨੇਟਡ ਲੋਕ ਦੋਨੇ ਉੱਥੇ ਜਾ ਸਕਦੇ ਆ। ਤੇ ਜੇ ਕਿਤੇ ਸਾਡੇ ਵਰਗੇ ਨੇ ਕਿਤੇ ਉੱਥੇ ਆਪਣੇ ਫੈਮਿਲੀ ਫਨ ਵਾਸਤੇ ਕਿਤੇ ਰੈਸਟੋਰੈਂਟ ਵਿੱਚ ਜਾਣਾ, ਫਿਰ ਤੁਹਾਨੂੰ ਇੰਜੈਕਸ਼ਨ ਉਹਦਾ ਤੁਹਾਨੂੰ ਦਿਖਾਉਣਾ ਪੈਣਾ, ਸਟੇਟਸ ਵੈਕਸੀਨੇਸ਼ਨ ਦਾ। ਹਾਂਜੀ, ਸਟੇਟਸ ਸਰਟੀਫਿਕੇਟ। ਮਤਲਬ ਵੈਸੇ ਵੀ ਕਿਤੇ ਵੀ ਕੋਈ ਮੀਟਿੰਗ ਹੋ ਰਹੀ ਆ, ਕੋਈ ਗਵਰਨਮੈਂਟ ਅਕੋਮੋਡੇਸ਼ਨ 'ਚ ਆ, ਮੈਂ ਪਿਛਲੇ ਹਫਤੇ ਅਸੀਂ ਅਟੈਂਡ ਕੀਤੀਆਂ 1-2 ਜਿੱਦਾਂ ਆਪਣੇ ਕਮਿਊਨਿਟੀ ਸੈਂਟਰ ਨੇ, ਤੇ ਉੱਥੇ ਬਕਾਇਦਾ ਉਹਨਾਂ ਦੇ ਸਟਾਫ ਨੂੰ ਤੁਸੀਂ ਦਿਖਾ ਕੇ ਹੀ ਇੰਟਰ ਕਰ ਸਕਦੇ ਜੀ। ਮਤਲਬ ਇਹ ਕੀ ਹੈ, ਵਾਟ ਇਜ਼ ਦਿਸ, ਕਿ ਇੱਕ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਆ, ਉੱਥੇ ਵਾਇਰਸ, ਉੱਥੇ ਕੋਈ ਸਟੇਟਸ ਸਰਟੀਫਿਕੇਟ ਨਹੀਂ ਦੇਖਿਆ ਜਾਂਦਾ ਵੈਕਸੀਨੇਸ਼ਨ ਦਾ, ਹੈ ਨਾ। ਉਸ ਤੋਂ ਪਹਿਲਾਂ ਮਾਸਕ ਦੀ ਸੀਗੀ। ਫਿਰ ਤੁਸੀਂ ਦੇਖੋ ਬੜੀ ਇੱਕ ਹਾਸੋਹੀਣੀ ਗੱਲ ਆ ਕਿ ਖਾਂਦੇ ਵਕਤ ਨਹੀਂ ਵਾਇਰਸ ਐਂਟਰ ਹੁੰਦਾ, ਕਿ ਜਿਹੜੇ ਉੱਥੇ ਅੰਦਰ ਬੰਦੇ ਜਾਂਦੇ ਆ ਉੱਥੇ ਖਾਣਾ ਖਾਣ, ਉਹ ਵੀ ਤਾਂ ਉਦੋਂ ਸਾਰਾ ਮਾਸਕ ਲਾ ਕੇ ਉੱਥੇ ਗੱਲਾਂ ਬਾਤਾਂ ਵੀ ਮਾਰਦੇ ਆ। ਮਤਲਬ ਇਹ ਥੋੜ੍ਹਾ ਕਿ ਉਹਨਾਂ ਨੇ ਹਰ ਵੇਲੇ ਉਹ ਖਾਂਦੇ ਰਹਿੰਦੇ ਆ, ਉਹ ਗੱਲਾਂ ਬਾਤਾਂ ਹੀ ਮਾਰਦੇ। ਉਦੋਂ ਵਾਇਰਸ ਕਿਉਂ ਨਹੀਂ ਐਂਟਰ ਹੁੰਦਾ? ਉਦੋਂ ਮਾਸਕ ਕਿੱਥੇ ਜਾਂਦੇ ਆ? ਪਰ ਉਦੋਂ ਕਹਿੰਦੇ ਆ ਨਾ ਸੋਸ਼ਲ ਡਿਸਟੈਂਸ ਰੱਖੋ। ਟੇਬਲ ਅੱਧੇ ਬੰਦ ਕਰਤੇ, ਅੱਧੇ ਖੋਲਤੇ। ਜਿਹੜੇ ਨਾਲ ਬੈਠੇ ਆ, ਹੁਣ ਮੇਰੇ ਨਾਲ ਕੋਈ ਗੈਸਟ ਆਇਆ ਸਪੋਜ਼,
ਮੈਨੂੰ ਕੀ ਪਤਾ ਉਹ ਕਿੱਥੋਂ ਆਇਆ ਹੈ, ਕਿੱਥੋਂ ਚੱਲ ਕੇ ਆਇਆ ਉਹ ਮੇਰੇ ਨਾਲ ਬੈਠਾ, ਬਸ ਉਹਨੇ ਇੰਨਾ ਕਿ ਵੈਕਸੀਨੇਸ਼ਨ ਲਗਵਾਈ ਹੈ, ਬਟ ਉਹ ਨਾਲ ਖਾਣਾ ਖਾ ਰਿਹਾ, ਕੋਲ ਹੀ ਤਾਂ ਬੈਠਾ। ਇਹ ਲਾਈਕ ਇਹ ਕਿੱਡਾ ਵੱਡਾ ਮਤਲਬ ਕਿ ਇੱਕ ਕਹਿ ਲਓ ਕਿ ਲੋਕਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਲ ਕੇ ਕਿ ਜੇ ਦੇਖੋ ਹੁਣ ਮੈਂ ਤੁਸੀਂ ਗੱਲ ਕੀਤੀ ਕਿ ਅਲੱਗ-ਅਲੱਗ ਵੇਰੀਐਂਟ, ਇਹਨਾਂ ਦਾ ਐਕਚੁਅਲੀ ਜਿਹੜਾ ਡੀਪੋਪੂਲੇਸ਼ਨ ਦਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਨਾਂ ਨੇ ਅਲੱਗ-ਅਲੱਗ ਟਾਈਮ 'ਤੇ ਅਲੱਗ-ਅਲੱਗ ਵੈਕਸੀਨੇਸ਼ਨ ਲਗਾਉਣੀ। ਹੁਣ ਪਹਿਲਾਂ ਇਹਨਾਂ ਨੇ 2 ਵੈਕਸੀਨੇਸ਼ਨ ਦਾ ਕੀਤਾ, ਹੁਣ ਤੀਸਰੀ 'ਤੇ ਆ ਗਿਆ, ਬੂਸਟਰ ਡੋਜ਼ ਆ ਗਈ। ਠੀਕ ਹੈ। ਹੁਣ ਜਿਹੜਾ ਇਹਨਾਂ ਨੇ 5G ਦੀ ਗਰਾਊਂਡ ਬਣਾਈ ਹੈ, ਪਹਿਲਾਂ ਇਹਨਾਂ ਨੇ ਗਰਾਊਂਡ ਬਣਾਈ ਹੈ 5G ਦੀ, ਜੇ ਇਹ 4G ਰੱਖਦੇ 4G ਇੰਟਰਨੈਟ ਤੇ ਫਿਰ ਇਹ ਉਹਦੇ ਨਾਲ ਨੈਨੋ ਟੈਕਨੋਲੋਜੀ ਦੇ ਨਾਲ ਉਹਨੂੰ ਕਨੈਕਟ ਨਹੀਂ ਕਰ ਪਾਉਂਦੇ। ਅਸਲ ਦੇ ਵਿੱਚ ਇਹਨਾਂ ਦਾ ਮਕਸਦ ਇਹੀ ਆ ਕਿ ਇਹਨਾਂ ਨੇ 10 ਤੋਂ 12 ਵੈਕਸੀਨੇਸ਼ਨ ਲਗਾਉਣੀਆਂ ਲੋਕਾਂ ਦੇ, ਉਸ ਤੋਂ ਬਾਅਦ ਇਹਨਾਂ ਨੂੰ ਜਸਟ ਲਾਈਕ ਥੋੜਾ ਜਿਹਾ ਨੈਨੋ ਟੈਕਨੋਲੋਜੀ ਦਾ ਥੋੜਾ ਜਿਹਾ ਸਮਝਾਇਓ ਫੈਕਟਰ, ਇਹ ਕੀ ਆ ਕਿ ਉਹਦੇ ਨਾਲ ਜੋੜਨਾ ਕਿਉਂ ਜ਼ਰੂਰੀ ਹੈ? ਜੀ, ਅਸਲ 'ਚ ਇਸ ਵੈਕਸੀਨੇਸ਼ਨ ਦੇ ਵਿੱਚ ਗ੍ਰਾਫੀਨ ਆਕਸਾਈਡ ਇੱਕ ਕੈਮੀਕਲ ਆ, ਜਸਟ ਲਾਈਕ ਜਿੱਦਾਂ ਮਰਕਰੀ ਹੁੰਦੀ ਹੈ। ਨਾ ਉਹਦੇ ਬਾਰੇ ਸਰਕਾਰਾਂ ਦੱਸ ਰਹੀਆਂ, ਨਾ ਡਾਕਟਰਸ ਦੱਸ ਰਹੇ ਆ। ਜਿਹੜੇ ਉਹਦੇ ਵਿੱਚ ਇਨਗਰੀਡੀਐਂਟਸ ਹੈਗੇ ਆ, ਉਹਦੇ ਵਿੱਚ ਗ੍ਰਾਫੀਨ ਆਕਸਾਈਡ ਆ, ਉਹ ਜਸਟ ਲਾਈਕ ਇੱਕ ਮਰਕਰੀ ਹੁੰਦੀ ਆ, ਉਹ ਸਲੋਲੀ ਉਹ ਬਾਡੀ ਵਿੱਚ ਇੰਜੈਕਟ ਕਰ ਰਿਹਾ। ਉਹਦਾ ਇੰਜੈਕਟ ਕਰਨ ਦਾ ਮਕਸਦ ਇਹੀ ਆ ਕਿ ਉਹ ਜਦੋਂ 10 to 12 ਵੈਕਸੀਨੇਸ਼ਨ ਹੋ ਗਈਆਂ, ਉਹਨਾਂ ਨੂੰ ਫਿਰ ਉਹਦੇ ਵਿੱਚ ਇੱਕ ਜਸਟ ਲਾਈਕ ਚਿਪ ਬਣ ਜਾਣੀ ਅੰਦਰ ਜਾ ਕੇ ਬਾਡੀ 'ਚ, ਬ੍ਰੇਨ 'ਚ, ਤੇ ਉਹ ਬ੍ਰੇਨ ਤੋਂ ਕੰਟਰੋਲਿੰਗ ਕਰੂਗੇ ਸਾਰੀ। ਕਿ ਜਿੱਦਾਂ ਕਹਿ ਲਓ ਕਿ ਜਿੱਦਾਂ ਰੋਬੋਟ ਨੂੰ ਚਲਾਉਣਾ ਨਾ, ਹਿਊਮਨ ਲਾਈਕ ਦੇ ਗੋਨਾ ਟ੍ਰੀਟ ਲਾਈਕ ਰੋਬੋਟ ਟੂ ਹਿਊਮਨ, ਯਾਨੀ ਕਿ ਹਿਊਮਨ ਬੀਇੰਗ ਨੂੰ ਕੋਈ ਬਾਹਰ ਦੀ ਤਾਕਤ ਕੰਟਰੋਲ ਕਰ ਸਕੇਗੀ ਜਿਹਦਾ ਰਿਮੋਟ ਨਾ ਕੀਤਾ ਜਾਵੇ। ਬਿਲਕੁਲ, ਉਹਨਾਂ ਦੇ ਹੱਥ ਦੇ ਵਿੱਚ ਇੱਕ ਰਿਮੋਟ ਕੰਟਰੋਲ ਆ ਜਾਣਾ ਕਿ ਉਹ ਜਿੱਥੇ ਬੈਠੇ ਆ ਉਹ ਹੋਣਾ ਕਦੋਂ ਆ, ਉਹ 5G ਦੇ ਨਾਲ ਕਨੈਕਟ ਕਰਕੇ। ਜਿੱਦਾਂ ਕਹਿ ਲਓ ਕਿ ਹੁਣ ਗੱਡੀਆਂ ਆ ਰਹੀਆਂ ਆ ਡਰਾਈਵਰਲੈਸ, ਟਰੱਕ ਆ ਰਹੇ ਆ, ਉੱਦਾਂ ਹੀ ਉਹਨਾਂ ਨੇ ਹਿਊਮਨ ਨੂੰ ਵੀ ਉੱਦਾਂ ਹੀ ਉਹਨਾਂ ਨੇ ਯੂਜ਼ ਕਰਨਾ। ਔਰ ਜਦੋਂ ਚਾਹਿਆ ਉਹਨਾਂ ਨੇ ਹਾਰਟ ਅਟੈਕ ਕਰ ਦਿੱਤਾ, ਉਹਨਾਂ ਦੇ ਹੱਥ ਕੰਟਰੋਲ ਹੋਣਾ। ਜਦੋਂ ਚਾਹਿਆ ਉਹਨਾਂ ਨੇ ਕਿਸੇ ਦਾ BP ਹਾਈ ਕਰ ਦਿੱਤਾ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸ਼ੂਗਰ ਵਧਾ, ਇੰਡੀਵਿਜੂਅਲ ਦੀ ਬਾਡੀ ਦੇ ਉੱਤੇ ਕੋਈ ਇੱਕ ਐਸੀ ਸ਼ਕਤੀ ਹੈ ਜਿਹਦੇ ਕੋਲ ਕੰਟਰੋਲ ਹੋਏਗਾ। ਜੀ ਬਿਲਕੁਲ ਬਿਲਕੁਲ, ਉਹ ਚਾਹੇਗਾ ਖੱਬੇ ਮੁੜ ਖੱਬੇ ਮੁੜਾਂਗੇ, ਕਹੇਗਾ ਸੱਜੇ ਮੁੜ ਸੱਜੇ ਮੁੜਾਂਗੇ, ਇਹ ਬੋਲ ਨਾ ਬੋਲ ਨਹੀਂ ਤੇ ਨਾ ਬੋਲ ਜੀ। ਅੱਛਾ, ਇਹ ਸਾਇੰਟੀਫਿਕਲੀ ਪ੍ਰੂਵ ਹੋਇਆ ਜਾਂ ਇਹਦੇ ਕਿਆਸ ਸੀ? ਇਹ ਕਿਆਸ ਲਾਏ ਜਾਂਦੇ ਆ ਜਾਂ ਕਿਸੇ ਸਾਇੰਟਿਸਟ ਦਾ ਹਵਾਲਾ ਦੇ ਕੇ ਤੁਸੀਂ ਦੱਸ ਸਕਦੇ ਹੋ ਵੀ ਕਿਸੇ ਨੇ ਇਹ ਸਟੱਡੀ ਕਰਕੇ ਰਿਲੀਜ਼ ਕੀਤੀ ਹੋਵੇ, ਕਿਸੇ ਯੂਨੀਵਰਸਿਟੀ ਨੇ ਜਾਂ ਹੋਰ ਨੇ? ਹਾਂਜੀ, ਇਹ ਕਾਫੀ ਯੂਨੀਵਰਸਿਟੀਆਂ ਨੇ ਇਹਦੇ ਬਾਰੇ ਸਟੱਡੀ ਕੀਤੀ ਹੈਗੀ ਆ। ਮੈਂ ਤੁਹਾਨੂੰ ਥੋੜਾ ਜਿਹਾ 5G ਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਅਲੱਗ-ਅਲੱਗ ਇਫੈਕਟ ਜਿਹੜੇ ਆ ਹਿਊਮਨ ਦੇ ਉੱਤੇ ਇਹਦੇ ਕਿੱਦਾਂ ਹੁੰਦੇ ਆ। ਇਹਨਾਂ ਨੇ ਮੇਰੇ ਕੋਲ ਥੋੜਾ ਡਾਟਾ ਹੈਗਾ ਆ। ਜਿੱਦਾਂ ਇਹਨਾਂ ਨੇ 1992 ਦੇ ਵਿੱਚ ਰਸ਼ੀਆ ਦੇ ਵਿੱਚ ਇਹਨਾਂ ਨੇ ਸਟੱਡੀ ਕੀਤੀ ਆ ਕਿ ਹਾਰਟ ਦੇ ਉੱਤੇ ਇਹਦੀ ਜਿਹੜੀ ਫ੍ਰੀਕੁਐਂਸੀ ਆ ਉਹ 53 ਗੀਗਾਹਰਟਜ਼ ਤੋਂ 73 ਗੀਗਾਹਰਟਜ਼ ਦੇ ਵਿੱਚ 5G ਦੀ ਜਦੋਂ ਇਹ ਫ੍ਰੀਕੁਐਂਸੀ ਟੈਸਟ ਕਰਦੇ ਆ ਉਦੋਂ ਹਾਰਟ ਤੇ ਇਫੈਕਟ ਹੁੰਦਾ। ਦੂਸਰਾ, ਇਮਿਊਨ ਸਿਸਟਮ ਜਿਹੜਾ ਆ ਉਹ ਵੀ ਇਫੈਕਟ ਕਰਦਾ। ਇਹਨਾਂ ਨੇ 2002 ਦੇ ਵਿੱਚ ਰਸ਼ੀਆ ਦੇ ਵਿੱਚ ਸਟੱਡੀ ਕੀਤੀ ਆ, ਐਗਜ਼ਾਮਿਨ ਦੀ ਇਫੈਕਟ ਆਫ 42 ਗੀਗਾਹਰਟਜ਼, ਹਾਂਜੀ, ਮਾਈਕ੍ਰੋਵੇਵ ਰੇਡੀਏਸ਼ਨ ਐਕਸਪੋਜ਼ਰ, ਲਾਈਕ 42 ਦੇ ਉੱਤੇ ਜਿਹੜੀ ਮਾਈਕ੍ਰੋਵੇਵ ਹੈਗੀ ਆ ਉਹ ਗੀਗਾਹਰਟਜ਼ ਦੇ ਉੱਤੇ ਚੱਲਦੀ। ਓਕੇ, ਫਿਰ ਇਹ ਜਿਹੜੇ ਆਪਣੇ ਸੈੱਲ ਗਰੋ ਹੁੰਦੇ ਆ ਉਹਦੇ ਤੇ ਵੀ ਇਫੈਕਟ ਕਰਦਾ ਹੈ। ਬਾਡੀ ਦੀ ਡਿਵੈਲਪਮੈਂਟ ਤੇ ਵੀ ਅਸਰ ਕਰੇਗਾ, ਯਾਨੀ ਕਿ ਜਿਹੜੇ ਸੈੱਲ ਹੈ ਬਾਡੀ ਨੂੰ ਅੱਗੇ ਤੋਰਦੇ। ਅੱਛਾ, 2016 ਦੇ ਵਿੱਚ ਇੱਕ ਅਮਰੀਕਨ ਸਟੱਡੀ ਹੋਈ ਹੈ ਜੀ, ਆਬਜ਼ਰਵਡ MMW ਨੇ ਇਹਨਾਂ ਨੇ ਲੋ ਇੰਟੈਂਸਿਟੀ ਦੇ ਉੱਤੇ ਇਹਨਾਂ ਨੇ ਕੀਤੀ ਹੈ 5G ਦੀ ਸਟੱਡੀ। ਫਿਰ ਉਸ ਤੋਂ ਬਾਅਦ ਇਹ ਐਕਚੁਅਲੀ ਇਹ ਸਟੱਡੀ ਹੋ ਚੁੱਕੀਆਂ ਆ। ਇਹ ਇਸ ਕਰਕੇ ਅਸੀਂ ਪਿਛਲੀ ਵਾਰੀ ਤੁਹਾਨੂੰ ਕਿਹਾ ਸੀਗਾ ਕਿ ਇਹ ਪੈਂਡੈਮਿਕ ਨਹੀਂ ਹੈਗਾ, ਇਹ ਪਲੈਂਡੈਮਿਕ ਹੈ। ਆਲਰੇਡੀ ਇਹਦੇ ਉੱਤੇ ਫਿਰ ਇਹ ਦੇਖੋ ਬੈਕਟੀਰੀਆ ਰੈਸਿਸਟੈਂਟ ਜਿਹੜਾ ਬਾਡੀ ਦੇ ਵਿੱਚ ਬੈਕਟੀਰੀਆ ਬਣਦਾ ਨਾ, ਉਹਦੇ 'ਤੇ ਵੀ ਸਟੱਡੀ ਹੋਈ ਹੈ ਕਿ ਇਹ ਜਿਹੜਾ ਉਹਦੇ 5G ਦੇ ਨਾਲ ਜਿਹੜਾ ਬੈਕਟੀਰੀਆ ਬਾਡੀ 'ਚ ਬਣਦਾ, ਮੈਂ ਪਿਛਲੀ ਵਾਰੀ ਤੁਹਾਨੂੰ ਦੱਸਿਆ ਨਾ ਕਿ ਜੈਲ ਬਾਡੀ 'ਚ ਬਣਦੀ ਆ ਉਹ 5G ਦੇ ਨਾਲ ਜਦੋਂ ਇਹ ਫ੍ਰੀਕੁਐਂਸੀ ਟੈਸਟ ਕਰਦੇ ਆ, ਕਿਉਂਕਿ ਉਹਦੀ 60 ਗੀਗਾਹਰਟਜ਼ ਦੀ ਜਿਹੜੀ ਹੈਗੀ ਆ ਉਹ ਆਕਸੀਜਨ ਦੀ ਜਿਹੜੀ ਮੋਲੀਕਿਊਲ ਆ ਉਹ ਵੀ 60 ਗੀਗਾਹਰਟਜ਼ 'ਤੇ ਚੱਲਦੀ, ਉਹ
ਦੋਨੇ ਹੀ ਕਲੈਸ਼ ਕਰਦੀਆਂ ਤੇ ਉਹਦੇ ਕਰਕੇ ਹੁਣ ਤੁਸੀਂ ਦੇਖੋ ਫਿਰ ਵਾਇਰਸ ਤਾਂ ਆਇਆ ਜੀ ਓਮੀਕਰੋਨ ਜਿਹੜਾ ਆ ਸਾਊਥ ਅਫਰੀਕਾ ਦਾ, ਠੀਕ ਹੈ। ਹੁਣ ਲੋਕਾਂ ਦੇ ਵਿੱਚ ਡੈਫੀਸ਼ੀਐਂਸੀ ਕਿਉਂ ਨਹੀਂ ਹੈਗੀ ਆਕਸੀਜਨ ਦੀ? ਕਿਉਂਕਿ ਟੈਸਟਿੰਗ ਇੱਥੇ ਨਹੀਂ ਹੋ ਰਹੀ 5G ਦੀ, ਉਹ ਸਾਊਥ ਅਫਰੀਕਾ 'ਚ ਹੋ ਰਹੀ ਹੈ। ਜਾਂ ਫਿਰ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ, ਮੈਂ ਹੁਣ ਇੱਕ ਦਿਨ ਮੈਂ ਗੱਲ ਵੀ ਕਰ ਰਿਹਾ ਸੀਗਾ ਰੇਡੀਓ 'ਤੇ, ਆਪਣੇ ਪੰਜਾਬੀ ਚੈਨਲ ਰੇਡੀਓ ਹੈਗੇ, ਉਹ ਗੱਲ ਚੱਲ ਰਹੀ ਸੀਗੀ ਕਿ ਦੇਖੋ ਕਿ ਹੁਣ ਲੋਕੀ ਕਿਉਂ ਨਹੀਂ ਹੌਸਪੀਟਲਾਈਜ਼ ਹੋ ਰਹੇ, ਹੁਣ ਕਿਉਂ ਨਹੀਂ ਮਤਲਬ ਉਹਨਾਂ ਇਫੈਕਟ ਹੋ ਰਿਹਾ GTA ਦੇ ਵਿੱਚ, ਕਿਉਂਕਿ GTA 'ਚ ਆਲਰੇਡੀ ਟੈਸਟ ਕਰ ਚੁੱਕੇ ਆ 5G ਦੀ। ਹੁਣ ਟੈਸਟਿੰਗ ਕਿੱਥੇ ਚੱਲ ਰਹੀ ਹੈ? ਹੁਣ ਤੁਸੀਂ ਦੇਖੋ ਕਿ GTA ਇੱਕ ਹੱਬ ਆ ਜਿੱਥੇ ਇੰਟਰਨੈਸ਼ਨਲ 에ਅਰਪੋਰਟ ਹੈ, ਉੱਥੇ ਲੋਕ ਆ ਰਹੇ ਆ ਕਿੱਥੋਂ? ਸਾਊਥ ਅਫਰੀਕਾ ਤੋਂ। ਕੋਈ ਕਹਿੰਦੇ ਕਿ ਨਵਾਂ ਵੇਰੀਐਂਟ ਆ ਗਿਆ। ਪਹਿਲਾਂ ਤਾਂ GTA ਇਫੈਕਟ ਹੋਣਾ ਚਾਹੀਦਾ ਸੀ, ਸਿਰਫ ਨੰਬਰ ਦੇ ਨਾਲ ਨਹੀਂ, ਮਤਲਬ ਹਸਪੀਟਲਾਈਜ਼ ਨਹੀਂ ਹੋ ਰਹੇ ਲੋਕੀ, ਲੋਕਾਂ ਦੇ ਵਿੱਚ ਆਕਸੀਜਨ ਦੀ ਡੈਫੀਸ਼ੀਐਂਸੀ ਨਹੀਂ ਹੋ ਰਹੀ ਜਿੱਦਾਂ ਇੰਡੀਆ ਦੇ ਵਿੱਚ ਲੋਕੀ 2021 ਦੇ ਵਿੱਚ ਮਈ ਦੇ ਵਿੱਚ ਲੋਕੀ ਬਿਲਕੁਲ ਬਹੁਤ ਬੁਰੀ ਹਾਲਤ ਸੀ, ਆਕਸੀਜਨ ਦੀ ਸ਼ਾਰਟੇਜ ਹੋ ਗਈ ਸੀ ਬਹੁਤ ਜ਼ਿਆਦਾ। ਕਿਉਂ ਨਹੀਂ ਹੋ ਰਹੀ? ਅੱਛਾ, ਰੈੱਡ ਅਲਰਟ ਕਿੱਥੇ ਕੀਤਾ ਇਹਨਾਂ ਨੇ? ਲੰਡਨ ਓਨਟਾਰੀਓ। ਉਹ ਭਾਈ ਪਹਿਲਾਂ ਇੱਥੋਂ ਬੰਦੇ ਗਏ ਤੇ ਫਿਰ ਹੀ ਲੰਡਨ ਓਨਟਾਰੀਓ ਗਏ ਹੋਏ। ਔਸ਼ਵਾ ਦੇ ਵਿੱਚ ਲੋਕੀ ਕਹਿੰਦੇ ਜੀ ਉੱਥੇ ਹੋ ਰਹੀ ਹੈ, ਫਿਰ ਨਿਆਗਰਾ ਫਾਲ। GTA ਏਰੀਆ ਕਿਉਂ ਛੱਡਦਾ? ਕਿਉਂ ਨਹੀਂ ਇੱਥੇ? ਕਿ ਇੱਥੇ ਟੈਸਟਿੰਗ ਹੋ ਚੁੱਕੀ ਤੁਹਾਡੇ ਕਹਿਣ? ਐਬਸੋਲੂਟਲੀ ਉਹਨਾਂ ਏਰੀਆ 'ਚ ਟੈਸਟਿੰਗ ਰਹਿੰਦੀ ਆ, ਸਸਕੈਚੁਅਨ ਦੇ ਵਿੱਚ ਟਾਵਰ ਇੰਸਟਾਲ ਹੋ ਰਿਹਾ, ਟੈਸਟਿੰਗ ਜੋ ਹੋਏਗੀ ਤੁਹਾਡਾ ਕਹਿਣ ਦਾ ਮਤਲਬ ਹੈ। ਨਾਲ ਟੈਸਟਿੰਗ ਵੀ ਚੱਲ ਰਹੀ ਇਹਨਾਂ ਦੀ। ਹੁਣ ਸਾਡੇ ਸਰੋਤਿਆਂ ਨੂੰ ਮੈਂ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਆਲੇ ਦੁਆਲੇ ਤੁਸੀਂ ਦੇਖੋ 401 ਤੇ ਜਾ ਰਹੇ ਆ, ਕਿੰਨੇ ਟਾਵਰ ਲੱਗ ਗਏ, ਉਹ ਕਿੱਥੋਂ ਆ ਗਏ? ਨਾਟ ਓਨਲੀ 401, ਬਿਲਡਿੰਗਾਂ ਭਰ ਦਿੱਤੀਆਂ ਸਾਰੀਆਂ। GTA ਦੀ ਮੈਂ ਗੱਲ ਕਰ ਰਿਹਾ, ਜਿਹੜੇ ਮਰਜ਼ੀ ਹਾਈਵੇ ਤੇ ਚੱਲ ਜਾਓ ਤੁਸੀਂ, ਅੱਧਾ ਕਿਲੋਮੀਟਰ ਦੇ ਵਿੱਚ ਵਿੱਚ ਸਾਰੇ ਤੁਸੀਂ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ, ਟਾਵਰ ਉਹਨਾਂ ਨੇ ਲਗਾਏ ਆ। ਉੱਥੇ ਬਿਲਡਿੰਗਾਂ ਨਹੀਂ ਹੈਗੀਆਂ, ਜਿੱਥੇ ਬਿਲਡਿੰਗਸ ਆ ਉੱਥੇ ਇਹਨਾਂ ਨੇ ਬਿਲਡਿੰਗਸ ਦੇ ਟਾਵਰ ਲਗਾਤੇ ਆ। ਐਕਚੁਅਲ 'ਚ ਇਹ ਬਹੁਤ ਵੱਡਾ ਇੱਕ 5G ਦਾ ਅਡੰਬਰ ਆ। ਅੱਛਾ ਪ੍ਰੇਮ ਜੀ, ਮੈਨੂੰ ਦੱਸੋ ਵੀ ਜਿਹੜਾ ਇਹ ਹੁਣ ਜਿਹੜਾ ਕਰੋਨਾ ਦਾ ਜਿਹਦੇ ਨਾਲ ਆਪਾਂ ਜੂਝ ਰਹੇ ਹਾਂ, ਚਲੋ ਉਹਦੇ ਕਾਰਨ ਕੁਝ ਵੀ ਰਿਹਾ, ਹੁਣ ਤੁਸੀਂ ਇਹ ਦੱਸ ਰਹੇ ਹੋ, ਕੁਝ ਲੋਕ ਹੋਰ ਤਰੀਕੇ ਨਾਲ ਦੱਸਦੇ ਆ, ਪਰ ਜਿਹੜੇ ਦੇ ਵੇਰੀਐਂਟ ਆਉਂਦੇ ਆ ਬਦਲ ਕੇ ਰੂਪ, ਇਹਦਾ ਪਿੱਛੇ ਕੀ ਕਾਰਨ ਆ? ਪਹਿਲੋਂ ਕਿਹਾ ਗਿਆ ਸੀ ਕਿ ਡੈਲਟਾ ਨਾਂ ਦਾ ਇੱਕ ਵੇਰੀਐਂਟ ਆ, ਉਹ ਇਹਦੇ ਨਾਲੋਂ 5 ਗੁਣਾ ਸਟਰੋਂਗ ਆ। ਹੁਣ ਕਿਹਾ ਜਾ ਰਿਹਾ ਜਿਹੜਾ ਓਮੀਕਰੋਨ ਆ ਗਿਆ, ਉਹਦੇ ਨਾਲੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ ਸਟਰੋਂਗ ਆ। ਯਾਨੀ ਕਿ ਉਹ ਸਟਰੋਂਗ ਇਸ ਸੈਂਸ ਨਹੀਂ, ਉਹ ਕਹਿੰਦੇ ਕਿ ਫੈਲਦਾ ਬੜੀ ਤੇਜ਼ੀ ਨਾਲ ਆ। ਸੋ ਇਹਦੇ ਪਿੱਛੇ ਕੀ ਕਾਰਨ ਹੈ? ਵੇਰੀਐਂਟ ਕੀ ਆ ਤੇ ਕਿਉਂ ਆਉਂਦੇ ਨੇ ਵੱਖਰੇ ਰੂਪ 'ਚ ਕਿਉਂ ਆਉਂਦਾ ਫਿਰ? ਮੈਂ ਦੱਸਦਾ ਜੀ, ਅਸਲ ਦੇ ਵਿੱਚ ਜੇ ਇਹ ਅਲੱਗ-ਅਲੱਗ ਨਾਮ ਦੇ ਕੇ ਵੇਰੀਐਂਟ ਨਾਲ ਲੋਕਾਂ ਨੂੰ ਨਹੀਂ ਡਰਾਓਗੇ ਤਾਂ ਫਿਰ ਇਹਨਾਂ ਦਾ ਉਹ ਟਾਰਗੇਟ ਨਹੀਂ ਪੂਰਾ ਹੋਣਾ ਵੈਕਸੀਨੇਸ਼ਨ ਵਾਲਾ। ਕਿ ਆਲਰੇਡੀ ਇਹਨਾਂ ਨੇ ਆਲਰੇਡੀ ਆਰਡਰ ਕਰ ਚੁੱਕੇ ਆ ਵੈਕਸੀਨੇਸ਼ਨ। ਕੈਨੇਡਾ ਦੇ ਵਿੱਚ 400 ਮਿਲੀਅਨ ਵੈਕਸੀਨੇਸ਼ਨ ਇਹਨਾਂ ਨੇ ਆਰਡਰ ਕਰ ਦਿੱਤੀ ਹੈ। ਨਹੀਂ, ਨਾ ਵੀ ਆਰਡਰ ਕੀਤੀ ਹੋਵੇ ਤਾਂ ਇਹਦਾ ਮਤਲਬ ਤੇ ਇਹ ਆ ਕਿ ਜੇ ਤੁਸੀਂ ਦੱਸਦੇ ਹੋ ਕਿ 10 ਜਾਂ 12 ਡੋਜ਼ ਦੇਣ ਤੋਂ ਬਾਅਦ ਬੰਦੇ ਦੀ ਉਹ ਚਿਪ ਬਣਨੀ ਆ ਜਿਹਦੇ ਨਾਲ ਕੰਟਰੋਲ ਹੋਣਾ ਆ, ਤੇ ਫਿਰ ਉਹਦੇ ਬਹਾਨੇ ਤਾਂ ਫਿਰ ਵੈਕਸੀਨੇਸ਼ਨ ਤੇ ਫਿਰ ਬਾਅਦ 'ਚ ਵੀ ਆਰਡਰ ਹੋ ਜਾਊਗੀ, ਕੋਈ ਗੱਲ ਨਹੀਂ। ਪਰ ਇਹਦਾ ਮਤਲਬ ਇਹ ਹੋਇਆ ਕਿ ਕੱਲਾ ਇਹ ਮਜਬੂਰੀ ਨਹੀਂ ਕਿ ਵੈਕਸੀਨੇਸ਼ਨ ਪਈ ਆ ਤੇ ਲਾਉਣੀ ਆ, ਉਹਨਾਂ ਦੀ ਮਜਬੂਰੀ ਇਹ ਵੀ ਹੈ ਵੀ ਇਹ ਲਾਉਣੀ ਆ। ਐਬਸੋਲੂਟਲੀ, ਉਹਨਾਂ ਨੇ ਐਕਚੁਅਲ ਦੇ ਵਿੱਚ ਕੀ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਨਾ ਕਿ ਇਹ ਹੁਣ ਲੋਕਾਂ ਨੂੰ ਡਰਾਵਾਂਗੇ, ਉਹਨਾਂ ਨੂੰ ਅਫੈਕਟ ਕਰੂਗਾ ਡਰ। ਜਿੱਦਾਂ ਹੁਣ ਪਹਿਲਾਂ ਇਹਨਾਂ ਨੇ ਕਿਹਾ ਜੀ ਵਾਇਰਸ ਆ ਗਿਆ, ਵਾਇਰਸ ਕਿੱਥੇ ਆਇਆ ਜੀ? ਚਾਈਨਾ ਦੇ ਵਿੱਚ। ਚਾਈਨਾ ਦੇ ਵਿੱਚ ਉੱਥੇ ਕਿੰਨੀ ਤਰਸ਼ੱਲੀ ਮਚੀ, ਤੇ ਅਮਰੀਕਾ ਵਾਲੇ ਪਹਿਲਾਂ ਤਾਂ ਕਹਿੰਦੇ ਸੀਗੇ ਜੀ ਵਾਇਰਸ ਹੈਗਾ ਆ ਜੀ, ਇਹ ਬੈਟਸ ਤੋਂ ਆਇਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਚੇਂਜ ਕਰ ਲਿਆ ਜੀ, ਇਹਨਾਂ ਨੇ ਵਾਇਰਸ ਜਿਹੜਾ ਆ। ਕਵਲਜੀਤ ਨਾਲ ਗੱਲ ਕਰਨੀ ਤੇ ਉਹਨਾਂ ਨੂੰ ਵੀ ਲੈ ਲਈਏ ਨਾਲ, ਸਮਾਂ ਬਹੁਤ ਥੋੜਾ ਆਪਣੇ ਕੋਲ। ਅੱਛਾ, ਮੈਂ ਇੱਕ ਤੁਹਾਡੇ ਕੋਲ ਜ਼ਰੂਰ, ਤੁਸੀਂ ਪਹਿਲਾਂ ਉਹਨਾਂ ਨੂੰ ਕਾਲ ਮਿਲਾਓ, ਮੈਂ ਇੱਕ ਚੀਜ਼ ਤੁਹਾਡੇ ਕੋਲ ਜ਼ਰੂਰ ਪੁੱਛਣੀ ਚਾਹੁੰਦਾ ਆ ਕਿ ਡਿਫਰੈਂਟ ਬਲਾਕ ਨੇ ਜੀ, ਜਿੱਦਾਂ ਰਸ਼ੀਆ ਤੇ ਚਾਈਨਾ ਦਾ ਇੱਕ ਬਲਾਕ ਬਣ ਰਿਹਾ ਜਾਂ ਬਣ ਜਾਏਗਾ ਜਾਂ ਕੁਛ ਨਾ ਕਿਤੇ, ਇਹਨਾਂ ਦੇ ਆਪੋ 'ਚ ਪੋਲੀਟੀਕਲ ਮਫਾਦ ਵੀ ਜਿਹੜੇ ਆ ਉਹ ਇੱਕ ਦੂਜੇ ਨਾਲ ਟਕਰਾਉਂਦੇ ਆ ਜੀ। ਤੇ ਬਹੁਤ ਇਹ ਕਿਹਾ ਜਾਂਦਾ ਹੈ ਕਿ ਇੱਕ ਦੂਜੇ ਨੂੰ ਅਪੋਜ਼ ਕਰਦੇ ਆ ਮਾਰਕੀਟਿੰਗ ਸਿਸਟਮ 'ਚ, ਉਹਨਾਂ ਦੀ ਕਰੰਸੀ 'ਚ, ਉਹਨਾਂ ਦੇ ਮਤਲਬ ਬਿਜ਼ਨਸ ਦੇ ਆਪਸ 'ਚ ਮੁਕਾਬਲੇ ਨੇ। ਤੇ ਜਦੋਂ ਇਸ ਤਰ੍ਹਾਂ ਦੀ ਚੀਜ਼ ਇਹ ਹੋ ਰਹੀ ਆ, ਤੁਸੀਂ ਉਹਨੂੰ ਕਹਿ ਰਹੇ ਹੋ ਪੈਂਡੈਮਿਕ ਆ, ਤੇ ਜਿਹੜੇ ਇੱਕ ਦੂਜੇ ਦੇ ਵਿਰੋਧੀ ਨੇ ਉਹ ਇਸ ਗੱਲ ਨੂੰ ਕਿਸ ਤਰ੍ਹਾਂ ਨਹੀਂ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ? ਜਿਸ ਤਰ੍ਹਾਂ ਅਸਲ 'ਚ ਜੀ ਇਹ ਸਾਰਾ ਕੁਝ ਇੱਕ ਪੋਲੀਟੀਕਲ ਸਟੰਟ ਹੈ ਜੀ। ਤੁਸੀਂ ਦੇਖੋ ਕਿ
ਖਬਰਾਂ ਆ ਰਹੀਆਂ ਸੀਗੀਆਂ ਜੀ ਨਾਰਥ ਕੋਰੀਆ ਦੇ ਨਾਲ ਜੰਗ ਲੱਗ ਜਾਣੀ ਆ, ਬੜੀਆਂ ਵੱਡੀਆਂ ਵੱਡੀਆਂ ਅਫਵਾਹਾਂ ਸੀਗੀਆਂ ਕਿ ਜੀ ਉਹਨਾਂ ਨੇ ਦੇਖੋ ਮਾਰ ਦੇਣਾ ਇੱਕ ਦੂਸਰੇ ਨੂੰ, ਉਧਰੋਂ ਉਹਨੇ ਮਿਜ਼ਾਈਲਾਂ ਤਿਆਰ ਕਰ ਲਈਆਂ, ਉਧਰੋਂ ਉਹਨਾਂ ਨੇ ਮਿਜ਼ਾਈਲਾਂ ਤਿਆਰ ਕਰ ਲਈਆਂ ਇੱਕ ਦੂਸਰੇ ਨੂੰ, ਬਸ ਲੱਗੇ ਜੀ ਹੁਣ ਤਾਂ ਬੰਬਾਰਮੈਂਟ ਹੋਣ ਲੱਗੀ। ਹੋਇਆ ਕੁਛ? ਹਾਂਜੀ 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 ਕਵਲਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਜੇ ਮੈਂ ਸਪੀਕਰ ਔਨ ਕਰ ਲਾਂ ਤਾਂ ਬੈਟਰ ਰਹੇਗੀ। ਹਾਂਜੀ ਸਤਿ ਸ਼੍ਰੀ ਅਕਾਲ ਕਵਲਜੀਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਤੁਹਾਨੂੰ ਅਸੀਂ ਜੋੜਨਾ ਚਾਹ ਰਹੇ ਸੀ ਨਾਲ। ਪ੍ਰੇਮ ਗਿੱਲ ਹਰੀ ਸਾਡੇ ਨਾਲ ਗੱਲ ਕਰ ਰਹੇ ਸੀ 5G ਵਾਲਾ ਜਿਹੜਾ ਕਨਸੈਪਟ ਆ, ਜਿਹੜੇ ਨਵੇਂ ਰੂਪ ਬਦਲ ਕੇ ਆ ਰਿਹਾ ਕਰੋਨਾ, ਉਹਦੇ ਬਾਰੇ ਅਸੀਂ ਗੱਲ ਜਿਹੜੀ ਆ ਉਹ ਕਰ ਰਹੇ ਸੀਗੇ ਤੇ ਤੁਹਾਡੀ ਅਸੀਂ ਇਨਪੁੱਟ ਲੈਣਾ ਚਾਹੁੰਦੇ ਸੀ। ਪਿਛਲੀ ਵਾਰ ਤੁਸੀਂ ਬੜੀ ਵਧੀਆ ਸਾਨੂੰ ਕੁਝ ਗੱਲਾਂ ਦੱਸੀਆਂ ਸੀਗੀਆਂ ਤੇ ਉਹਦੇ ਬਾਰੇ ਹੀ ਕੰਟੀਨਿਊਟੀ ਉਹਦੀ ਚਾਹੁੰਦੇ ਸੀ। ਪ੍ਰੇਮ ਜੀ ਤੁਸੀਂ ਕੁਐਸਚਨ ਕਰੋ, ਕੀ ਉਹਨਾਂ ਨੂੰ ਪੁੱਛਣਾ ਚਾਹੁੰਦੇ ਹੋ? ਹਾਂਜੀ ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਕਮਲਜੀਤ ਜੀ ਕਿਉਂਕਿ ਤੁਸੀਂ ਬੜੇ ਐਕਸਪਰਟ ਹੋ ਇਹਦੇ ਮਾਮਲੇ ਦੇ ਵਿੱਚ, ਆਪਣੀ ਕਈ ਵਾਰੀ ਗੱਲਬਾਤ ਵੀ ਹੋਈ ਆ ਔਰ ਤੁਸੀਂ ਕਾਫੀ ਟੀਵੀ ਚੈਨਲਾਂ 'ਤੇ ਵੀ ਇਹਦੇ ਬਾਰੇ ਕਾਫੀ ਦੱਸਿਆ। ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਦੱਸਿਓ ਕਿ ਜਿਹੜੀ 5G ਦੀ ਫ੍ਰੀਕੁਐਂਸੀ ਆ, ਜਿਹੜੀ ਆਕਸੀਜਨ ਦੇ ਨਾਲ ਇਹਦਾ ਕੀ ਹੈਗਾ ਆ, ਕਿ ਕਿੱਦਾਂ ਇਹਦੀ ਵਰਕ ਕਿੱਦਾਂ ਕਰਦੀ ਆ ਔਰ ਲੋਕਾਂ ਨੂੰ ਕਿੱਦਾਂ ਅਫੈਕਟ ਹੋ ਰਿਹਾ ਇਹਦਾ ਜ਼ਿਆਦਾ? ਹਾਂਜੀ ਬਿਲਕੁਲ, ਇਹ ਮੈਂ ਵੀ ਡਾਕਟਰਾਂ ਤੋਂ ਹੀ ਸੁਣੀ ਆ ਗੱਲ, ਜਿਹੜੇ ਸਾਇੰਟਿਸਟ ਹੈਗੇ ਆ, ਤੇ ਫਿਰ ਮੈਂ ਬਾਅਦ ਚੋਂ ਆਪ ਚੈੱਕਅਪ ਕਰੀ ਨੂੰ ਸਰਚ ਕਰਕੇ ਸਾਰਾ ਕੁਝ ਇਨਵੈਸਟੀਗੇਟ ਆਪਦੇ ਵੱਲੋਂ ਕਰਕੇ ਮੈਂ ਇਹ ਗੱਲ ਕਹਿ ਰਿਹਾ। ਇਹ ਜੇ ਤੁਸੀਂ ਗੂਗਲ ਕਰ ਲਓ, ਚਾਹੇ ਜਿੱਥੇ ਮਰਜ਼ੀ ਕਰ ਲਓ, ਦੇਖ ਲਓ ਤੁਸੀਂ ਆਕਸੀਜਨ ਫ੍ਰੀਕੁਐਂਸੀ ਦੇਖ ਲਓ, ਆਕਸੀਜਨ ਮੋਲੀਕਿਊਲ ਦੀ ਫ੍ਰੀਕੁਐਂਸੀ ਕੀ ਹੈ ਆਪ ਦੇਖ ਲਓ ਚਾਹੇ ਜਾ ਕੇ 60 ਗੀਗਾਹਰਟਜ਼ ਜੀ। ਤੇ ਇਹ ਜਿਹੜੀ 5G ਦੀ ਰੇਂਜ ਆ, ਇਹ 3 to 300 ਗੀਗਾਹਰਟਜ਼ ਆ, ਪਰ ਇਹ ਖਾਸ ਕਰਕੇ 60 ਗੀਗਾਹਰਟਜ਼ ਵਿੱਚ ਇੰਟਰਸਟਡ ਨੇ ਜੀ। ਇਹ 60 ਗੀਗਾਹਰਟਜ਼ ਤੇ ਚਲਾਉਣਾ ਚਾਹੁੰਦੇ ਨੇ, ਪਰ ਸਟੈਪ ਬਾਈ ਸਟੈਪ ਉੱਤੇ ਜਾ ਰਹੇ ਨੇ। ਪਰ ਜਿਹੜੀ ਇਹ ਟਾਵਰ ਲੱਗ ਚੁੱਕੇ ਆ, ਇਹਨਾਂ 'ਚ ਕੈਪੇਬਿਲਿਟੀ ਹੈਗੀ ਆ 60 ਗੀਗਾਹਰਟਜ਼, ਤੇ ਇਹਨਾਂ ਨੇ ਚਲਾ ਕੇ ਵੀ ਦੇਖੀ ਆ। ਤੇ ਜਦੋਂ ਆਪਾਂ ਉਸ ਫ੍ਰੀਕੁਐਂਸੀ ਵਿੱਚ ਚਲਾਉਂਦੇ ਆ 60 ਗੀਗਾਹਰਟਜ਼ ਤੇ, ਇਹ ਜਿਹੜੀ ਆਕਸੀਜਨ ਹੁੰਦੀ ਆ ਉਸ ਰੇਂਜ ਵਿੱਚ, ਜਿਵੇਂ ਇੱਕ ਟਾਵਰ ਤੋਂ ਲਾ ਲਓ, ਕਿਉਂਕਿ ਇਹ ਬਹੁਤ ਡਾਇਰੈਕਸ਼ਨਲ ਹੈ। ਡਾਇਰੈਕਸ਼ਨ ਦਾ ਮਤਲਬ ਇੱਕ ਪਾਸੇ ਨੂੰ ਕਾਫੀ ਪਿਨ ਪੁਆਇੰਟ ਕਰ ਸਕਦੀ ਹੈ ਇਹ ਰੇਂਜ, ਕਿਉਂਕਿ ਇਹਦੀ ਪਾਵਰ ਜ਼ਿਆਦਾ ਆ, ਇਹ ਤੇਰੀ ਵੀ ਰੇਂਜ ਘੱਟ ਹੁੰਦੀ ਆ, ਤਾਂ ਜ਼ਿਆਦਾ ਟਾਵਰ ਲੱਗਦੇ ਨੇ, ਇਹਦੇ ਫੋਕਸ ਕਰ ਸਕਦੀ ਹੈ। ਜਦੋਂ ਇਹ ਹੋ ਜਾਂਦੀ ਹੈ ਉਸ ਏਰੀਆ ਵਿੱਚ ਆਕਸੀਜਨ ਦੀ ਘਾਟ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹ ਜਦੋਂ ਰੈਜ਼ੋਨੈਂਸ ਫ੍ਰੀਕੁਐਂਸੀ ਦੇ ਸੇਮ ਫ੍ਰੀਕੁਐਂਸੀ ਦੇ ਚੱਲਦੇ ਆ, ਪਾਵਰ ਵਧਾਉਂਦੇ ਆ, ਉੱਥੇ ਜਿਹੜੀ ਉਹ ਆਕਸੀਜਨ ਬੋਡੀ ਨਾਲ ਅਬਸੋਰਬ ਕਰ ਰਹੀ ਆ, ਉਹ 98% ਅਨਅਬਸੋਰਬੇਬਲ ਹੋ ਜਾਂਦੀ ਹੈ। ਬਹੁਤ ਸਾਹ ਨਹੀਂ ਬੰਦਾ ਲੈ ਸਕੂਗਾ, ਆਕਸੀਜਨ ਬਲੱਡ ਦੇ ਵਿੱਚ ਜਾਣਾ ਹੀ ਨਹੀਂ ਜੀ। ਬੰਦਾ ਤਾਂ ਉੱਥੇ ਫਿਰ ਏਦਾਂ ਲੱਗੂ, ਜੇ ਆਪਾਂ ਉਸ ਜਗ੍ਹਾ ਹੋਈਏ ਆਪਾਂ ਨੂੰ ਏਦਾਂ ਲੱਗੂ ਆਪਾਂ ਨੂੰ ਆਕਸੀਜਨ ਲੈ ਹੀ ਨਹੀਂ ਰਿਹਾ। ਇਟਸ ਵੈਰੀ ਵੈਰੀ ਡੇਂਜਰ। ਤੇ ਏਦਾਂ ਹੀ ਜੇ ਤੁਸੀਂ ਹੁਣ ਜਿਹੜੀ ਆਮ ਘਰਾਂ 'ਚ ਵਾਈਫਾਈ ਚੱਲਦੀ ਆ, ਉਹਦੀ ਜੇ ਫ੍ਰੀਕੁਐਂਸੀ ਦੇਖੋਗੇ 2.45 ਗੀਗਾਹਰਟਜ਼ ਜੀ। ਹੁਣ ਤੁਸੀਂ ਪੁੱਛੋ ਜੀ ਇਹ ਕਿਹੜੀ ਫ੍ਰੀਕੁਐਂਸੀ, ਹੋਰ ਕਿਹੜੀ ਚੀਜ਼ ਦੀ ਫ੍ਰੀਕੁਐਂਸੀ ਹੈ ਨੇਚਰ ਵਿੱਚ? ਇਹ ਵਾਟਰ ਦੀ, ਪਾਣੀ ਦੀ ਫ੍ਰੀਕੁਐਂਸੀ 2.4 ਗੀਗਾਹਰਟਜ਼ ਹੈ। ਤਾਂ ਹੀ ਮਾਈਕ੍ਰੋਵੇਵ ਚੱਲਦੇ ਆਪਣੇ ਘਰਾਂ 'ਚ, ਉਹ ਜਿਹੜੇ ਮਾਈਕ੍ਰੋਵੇਵ ਓਵਨ ਨਾ ਜੀ, ਕਿਉਂਕਿ ਉਹ ਵਾਟਰ ਮੋਲੀਕਿਊਲ ਨੂੰ ਗਰਮ ਕਰ ਦਿੰਦੇ ਨੇ, ਤਾਂ ਜੋ ਖਾਣੇ 'ਚ ਵਾਟਰ ਮੋਲੀਕਿਊਲ ਹੁੰਦਾ ਉਹ ਐਕਸਾਈਟਡ ਹੋ ਜਾਂਦੇ ਨੇ, ਗਰਮ ਹੋ ਜਾਂਦੇ ਨੇ ਜੀ। ਇਹਦੇ ਵਿੱਚ। ਤਾਂ ਪਰ ਉਹ ਵੀ ਬਹੁਤ ਡੇਂਜਰਸ ਆ, ਪਰ ਇੰਨਾ ਉਹ ਪਾਵਰ ਉਹਨਾਂ ਨੇ ਥੋੜੀ ਘੱਟ ਕੀਤੀ ਹੋਈ ਹੈ। ਤਾਂ ਜਿਹੜੇ ਵਾਈਫਾਈ ਹੈ, ਜਿਹੜਾ ਆਪਣਾ ਮਾਈਕ੍ਰੋਵੇਵ ਚੱਲਦਾ, ਉਹਦੀ ਕਾਫੀ ਜ਼ਿਆਦਾ ਵੋਲਟੇਜ ਹੁੰਦੀ ਹੈ, ਪਾਵਰ ਜ਼ਿਆਦਾ ਹੁੰਦੀ ਹੈ। ਪਰ ਆਪਣੇ ਸਲੋ ਪ੍ਰੋਸੈਸ ਦੇ ਵਿੱਚ ਵੀ ਬਹੁਤ ਨੁਕਸਾਨ ਹੋ ਰਿਹਾ ਵਾਈਫਾਈ ਦਾ ਵੀ, ਪਰ ਹੌਲੀ ਹੌਲੀ ਹੋ ਰਿਹਾ, ਬਹੁਤ ਹੌਲੀ ਹੋ ਰਿਹਾ। ਪਰ ਆਪਾਂ ਜਿਹੜੀ ਮਾਈਕ੍ਰੋਵੇਵ 2-4 ਮਿੰਟ ਚਲਾਉਂਦੇ ਆ, ਤੇ ਉਹ ਜਿਹੜੀ ਦੂਜੀ ਆ ਉਹ ਆਪਾਂ ਸਾਲਾਂ ਭਰ ਹੀ ਚਲਾਉਂਦੇ ਆ ਵਾਈਫਾਈ, ਦਿਨ ਪਰ ਰਾਤ ਉਹ ਚਲਾਉਂਦੇ, ਕਿਉਂਕਿ ਅੱਜ ਕੱਲ੍ਹ ਹੁਣ ਸਾਰਿਆਂ ਨੂੰ ਲੋੜ ਹੈਗੀ ਆ। ਤੇ ਇਹ ਮਤਲਬ ਇਹੀ ਕਿਉਂ ਫ੍ਰੀਕੁਐਂਸੀਆਂ ਪਿਕ ਕਰਦੇ ਨੇ ਜਿਹੜੀਆਂ ਇੰਨੀਆਂ ਖਤਰਨਾਕ ਫ੍ਰੀਕੁਐਂਸੀਆਂ, ਜਿਹੜੀਆਂ ਨੇਚਰ ਨਾਲ ਖਿਲਵਾੜ ਕਰ ਰਹੇ ਨੇ। ਦਿਸ ਇਜ਼ ਵੈਰੀ ਰੋਂਗ। ਤੇ ਹੋਰ ਵੀ ਰੇਂਜਰਸ ਹੈਗੀਆਂ, ਉਹਨਾਂ ਨਾਲ ਵੀ ਕਰ ਸਕਦੇ, ਬਟ ਦੇ ਪਰਪਸਲੀ ਡੂਇੰਗ ਦਿਸ। ਹਾਂਜੀ ਜੀ ਕਮਲਜੀਤ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹੁਣ ਇਹ ਪਬਲਿਕ ਦਾ ਕਿਤੇ ਵਿਰੋਧ ਹੋ ਰਿਹਾ, ਖਾਸ ਕਰਕੇ ਆਪਣੇ ਕੈਨੇਡਾ ਦੇ ਵਿੱਚ ਤਾਂ ਡਿਊਰਿੰਗ ਇਲੈਕਸ਼ਨ ਕਾਫੀ ਇਹਦੇ ਡੈਮੋਸਟ੍ਰੇਸ਼ਨ ਵੀ ਹੋਏ ਸੀਗੇ,
ਤੇ ਇਹਨਾਂ ਚੀਜ਼ਾਂ ਨਾਲ ਕੋਈ ਚੇਤਨਤਾ ਲੋਕਾਂ ਵਿੱਚ ਫੈਲ ਰਹੀ ਆ ਕਿ ਜਿਹੜੇ ਬੂਸਟਰ ਡੋਜ਼ ਵਗੈਰਾ ਨੇ ਅੱਗੇ ਨਾਲੋਂ ਲੋਕ ਘੱਟ ਇੰਟਰਸਟ ਲੈ ਰਹੇ ਨੇ, ਜਾਂ ਇੱਕ ਡਰ ਦਾ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਲੋਕਾਂ ਨੂੰ ਇੱਧਰ ਜਾਣਾ ਹੀ ਪਏਗਾ? ਕੀ ਉਹ ਤੁਹਾਨੂੰ ਅੱਗੇ ਫਿਊਚਰ ਕੀ ਨਜ਼ਰ ਆਉਂਦਾ ਹੈ? ਹਾਂਜੀ, ਮੈਂ ਇੱਕ ਪਿਛਲੀ ਗੱਲ ਨਾਲ ਇੱਕ ਹੋਰ ਗੱਲ ਐਡ ਕਰਨੀ ਸੀਗੀ, ਤੇ ਸੌਰੀ ਮੈਂ ਇਹ ਤੁਹਾਡੀ ਗੱਲ ਦਾ ਵੀ ਜਵਾਬ ਦਿੰਨਾ। ਤੇ ਇਹ ਪਿਛਲੀ ਗੱਲ ਨਾਲ ਮੈਂ ਇਹ ਐਡ ਕਰਨੀ ਸੀ, ਕਾਫੀ ਲੋਕਾਂ ਨੂੰ ਇਹ ਦੱਸਿਆ ਜਾਂਦਾ ਕਿ ਜਿਹੜੀ ਰੇਡੀਏਸ਼ਨ ਆ, ਜਿਹੜੀ ਦੂਜੀ ਰੇਡੀਏਸ਼ਨ ਆ, ਉਹ ਆਇਓਨਾਈਜ਼ਿੰਗ ਹੁੰਦੀ ਆ। ਆਇਓਨਾਈਜ਼ਿੰਗ ਮਤਲਬ ਉਹ ਜਿਹੜੇ ਆਇਓਨਸ ਬਣ ਜਾਂਦੇ ਨੇ, ਸਪਲਿਟ ਹੋ ਗਿਆ ਐਟਮ ਪੋਜ਼ਿਟਿਵ ਨੈਗੇਟਿਵ, ਉਹਦਾ ਡੀਐਨਏ ਨੂੰ ਉਹ ਤੋੜ ਦਿੰਦੀ ਆ। ਪਰ ਉਹ ਫਿਰ ਆਪਦੀ ਡਿਫੈਂਸ ਵਿੱਚ ਇਹ ਵਰਤਦੇ ਨੇ, ਜਿਹੜੀ ਆ ਵਾਈਫਾਈ ਹੋ ਗਈ ਜਾਂ 5G ਹੋ ਗਿਆ, ਇਹ ਨॉन ਆਇਓਨਾਈਜ਼ਿੰਗ ਰੇਡੀਏਸ਼ਨ। ਇਹ ਗੱਲ ਦਾ ਬਹੁਤ ਕਹਿੰਦੇ ਨੇ ਕਿ ਇਹ, ਪਰ ਉਹਨਾਂ ਨੇ ਇਹ ਵੀ ਸਟੱਡੀ ਕਰ ਲਈ ਆ, ਜਿਹੜੇ ਸਾਇੰਟਿਸਟ ਹੈਗੇ ਆ, ਸਾਰਾ ਸ਼ੋਅ ਵੀ ਕਰਤਾ ਜਿਹੜੀ ਆਇਓਨਾਈਜ਼ਿੰਗ ਰੇਡੀਏਸ਼ਨ ਆ ਉਹ ਡੀਐਨਏ ਨੂੰ ਤੋੜਦੀ ਆ, ਤੇ ਜਿਹੜੀ ਨॉन ਆਇਓਨਾਈਜ਼ਿੰਗ ਰੇਡੀਏਸ਼ਨ ਆ ਉਹ ਡਾਇਮਰਸ ਬਣਾਉਂਦੀ ਆ, ਮਤਲਬ ਬਾਈਂਡ ਕਰ ਦਿੰਦੀ ਆ ਅਨਨੈਚੁਰਲੀ ਡੀਐਨਏ ਨੂੰ। ਕਿਉਂਕਿ ਜਿਹੜੀ ਚੀਜ਼ ਨੈਚੁਰਲ ਸਟਰਕਚਰ ਆ ਉਹਦਾ, ਚਾਹੇ ਉਹਨੂੰ ਤੁਸੀਂ ਤੋੜ ਦਿਓ ਚਾਹੇ ਉਹਨੂੰ ਜੋੜ ਦਿਓ, ਦੋਨੇ ਗਲਤ ਨੇ ਅਨਨੈਚੁਰਲੀ। ਤੇ ਹੁਣ ਇੱਕ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ, ਕੈਂਡਲ ਲਾ ਲਓ, ਮੋਮਬੱਤੀ ਲਾ ਲਓ, ਵੈਕਸ ਦੀ ਹੁੰਦੀ ਆ। ਜੇ ਆਪਾਂ ਨੂੰ ਟੇਬਲ ਤੇ ਲੰਮੀ ਪਾ ਕੇ ਇੱਕ ਕਰਦਨਾ ਕੱਟ ਦਈਏ, ਵਿਚਾਲੇ ਦੋ ਟੁਕੜੇ ਹੋ ਜਾਣਗੇ, ਆਪਾਂ ਉਹਨੂੰ ਕਹਿ ਸਕਦੇ ਉਹ ਆਇਓਨਾਈਜ਼ਿੰਗ ਰੇਡੀਏਸ਼ਨ ਜਿਵੇਂ ਹੁੰਦੀ ਆ ਡੀਐਨਏ ਨੂੰ ਤੋੜ ਦਿੰਦੀ ਆ। ਪਰ ਜਿਹੜੀ ਦੂਜੀ ਆਪਾਂ ਜੇ ਉਹਨੂੰ ਮੈਲਟ ਕਰ ਦਈਏ ਵਿਚਾਲੇ, ਉਹ ਵੀ ਉਹਨੇ ਖੁਰ ਜਾਣਾ, ਰਾਈਟ, ਟੁੱਟ ਤਾਂ ਉਹਨੇ ਵੀ ਜਾਣਾ। ਪਰ ਇਹਨਾਂ ਉਹ ਨॉन ਆਇਓਨਾਈਜ਼ੇਸ਼ਨ ਵਾਲਾ ਕੰਮ ਕਰਦੀ ਆ, ਜੋੜਦੀ ਆ ਡਾਇਮੰਡਸ ਨੂੰ। ਤੇ ਹੁਣ ਮੈਂ ਆਏ ਨਾ ਤੁਹਾਡੀ ਗੱਲ, ਜਿਹੜੀਆਂ ਵੇਰੀਐਂਟ ਆ ਰਹੇ ਨੇ, ਤੇ ਬਿਲਕੁਲ ਜਿਵੇਂ ਵੀਰ ਜੀ ਨੇ ਦੱਸਿਆ, ਇਹ ਲੋਕਾਂ 'ਚ ਬਸ ਡਰ ਪੈਦਾ ਕਰਨ ਦੀ ਖਾਤਰ ਲੋਕੀ, ਕਿਉਂਕਿ ਬਾਹਲੇ ਇਸੀ ਗੱਲੋਂ ਲਵਾ ਰਹੇ ਨੇ ਟੀਕੇ ਆਪਣੇ, ਖਾਸ ਕਰਕੇ ਆਪਣੀ ਕਮਿਊਨਿਟੀ 'ਚ, ਕੀ ਟਰੈਵਲ ਕਰਨ, ਕਿ ਸਾਡੀ ਜੌਬ ਨਾ ਚੱਲ ਜੇ। ਤੇ ਜਿਉਂ-ਜਿਉਂ ਡੋਸ ਵੱਧ ਰਹੀਆਂ ਨਾ, ਡੋਸਸ ਵੱਧ ਰਹੀਆਂ ਹੁਣ, ਕਿਉਂਕਿ ਇਹਨਾਂ ਨੇ 7 ਤਾਂ ਕਨਫਰਮ ਕਰਤੀਆਂ, 4 ਤਾਂ ਪਹਿਲਾਂ ਹੀ ਡੋਸਸ ਨੇ ਹੈਗੀਆਂ, ਡੈਲਟਾ ਵੇਰੀਐਂਟ ਦੀਆਂ ਲਾ ਲਓ ਜਾਂ ਹੋਰ ਜਿਹੜਾ ਪਹਿਲਾਂ ਵੇਰੀਐਂਟ ਆਇਆ ਸੀਗਾ, 4 ਡੋਸਾਂ ਤਾਂ ਇਹਦੀਆਂ ਬਣ ਗਈਆਂ ਹੈ ਡੋਸਸ। ਤੇ ਫਿਰ ਓਮਨੀਕੌਰਨ ਜਿਹੜਾ ਨਵਾਂ ਵੇਰੀਐਂਟ ਆਇਆ, ਉਹਦੀਆਂ 3 ਆਲਰੇਡੀ ਕਨਫਰਮ ਕਰਤੀਆਂ ਉਹਨਾਂ ਨੇ, ਬਾਇਓਐਨਟੈਕ ਜਿਹੜੀ ਹੈਗੀ ਹੈ ਕੰਪਨੀ, ਉਹ ਕਹਿੰਦੇ 3 ਅਸੀਂ ਵੱਖਰੀਆਂ ਉਹਦੀਆਂ ਬਣਾ ਰਹੇ ਹਾਂ, 7 ਤਾਂ ਹੋਣੀ ਹੋ ਗਈਆਂ। ਤੇ ਜਿਹੜੀਆਂ ਇਹਨਾਂ ਨੇ ਖਰੀਦਦਾਰੀ ਕੀਤੀ ਆ ਉਹ 8 ਤੋਂ 12 ਦੀ ਕੀਤੀ ਹੋਈ ਹੈ, ਸੋ 24 ਤੱਕ। ਸੋ ਇਟਸ ਆਲ ਸਾਰਾ ਕੁਝ ਬਿਲਕੁਲ ਇਹ ਕਨਸਪੀਰੇਸੀ ਥਿਊਰੀ ਕਹਿ ਦਿੰਦੇ ਨੇ ਪਹਿਲਾਂ, ਫਿਰ ਬਾਅਦ ਚੋਂ ਕਹਿ ਦਿੰਦੇ ਨਹੀਂ ਜੀ ਇਹ ਕਰਨਾ ਪੈਂਦਾ ਸਾਨੂੰ। ਪਰ ਕਵਲਜੀਤ ਜੀ, ਜਿਹੜੀ ਹੁਣ ਬੂਸਟਰ ਡੋਜ਼ ਸਾਨੂੰ ਕਿਹਾ ਜਾ ਰਿਹਾ ਲਾਉਣ ਲਈ, ਉਹ ਤਾਂ ਕੋਈ ਪਾਰਟਿਕੂਲਰ ਵੇਰੀਐਂਟ ਵਾਸਤੇ ਬਣੀ ਹੋਈ ਵੈਕਸੀਨ ਨਹੀਂ ਆ, ਉਹ ਤੇ ਨਾਰਮਲ ਵੈਕਸੀਨ ਉਹੀ ਹੈ ਜਿਹੜੀ ਫਾਈਜ਼ਰ ਨੇ ਜਾਂ ਮਡਰੋਨਾ ਨੇ ਪਹਿਲਾਂ ਬਣਾਈ ਹੋਈ ਸੀ। ਕੀ ਉਹ ਸੱਚਮੁੱਚ ਹੀ ਜੇ ਵੇਰੀਐਂਟ ਹੈ ਤੇ ਉਹਦੇ ਤੇ ਕੋਈ ਇਫੈਕਟ ਕਰਦੀ ਹੈ? ਜੀ ਦੇਖ ਲਓ, ਇਹ ਕੋਈ ਇਹਦਾ ਪਹਿਲੀ ਗੱਲ, ਉਹਨਾਂ ਦੀ ਨਵੇਂ ਵੇਰੀਐਂਟ ਤੇ ਕੰਮ ਕਰ ਹੀ ਨਹੀਂ ਸਕਦੀ ਉਹ। ਅੱਛਾ ਜੀ, ਜਿਹੜੀਆਂ ਹੁਣ ਲਵਾ ਰਹੇ, ਪਰ ਉਹਨਾਂ ਨੇ 4 ਕਰਨੀਆਂ ਨੇ। ਉਹ ਕਹਿੰਦੇ ਚਲੋ ਨਹੀਂ ਇਹ ਵੇਰੀਐਂਟ ਨੂੰ ਕਰਦੀ ਕੁਛ, ਪਰ ਤੁਸੀਂ ਲਵਾ ਲਓਗੇ ਕਿਉਂਕਿ ਜਿਹੜੀਆਂ ਪਹਿਲਾਂ 2 ਨੇ ਉਹਨਾਂ ਦੀ ਇਮਿਊਨਿਟੀ ਖਤਮ ਹੋ ਗਈ ਆ, ਬੈਟਰ ਦੈਨ ਨਥਿੰਗ, ਮਤਲਬ ਇਦਾਂ ਦੀਆਂ ਉਹ ਦਲੀਲਾਂ ਦਿੰਦੇ ਨੇ ਕਿ ਤੁਸੀਂ ਜ਼ਿਆਦਾ ਲਵਾ ਲਓ। ਤਾਂ ਉਹਨਾਂ ਨੇ 4 ਲਵਾਉਣੀਆਂ ਨੇ, ਚੌਥੀ ਤੋਂ ਬਾਅਦ ਫੇਰ ਕਹਿਣਗੇ ਉਹ ਜੀ ਉਹ ਬਾਹਲੀ ਕੰਮ ਨਹੀਂ ਕਰਦੀ ਸੀਗੀ, ਤਾਂ ਕਰਕੇ ਹੁਣ ਨਵੀਆਂ ਓਮਨੀਕੌਰਨ ਦੀ ਖਾਤਰ ਸਪੈਸ਼ਲ 3 ਬਣਾਈਆਂ ਅਸੀਂ, ਉਹ ਲਵਾਓ। ਫਿਰ ਲੋਕੀ ਕਹਿਣਗੇ ਜੀ ਉਹ ਤਾਂ ਪੁਰਾਣੀ ਹੋ ਗਈ, ਹੁਣ ਉਹ ਤਾਂ ਆਪਣੀ 4 ਵੀ ਲਵਾ ਲਈਆਂ। ਨਹੀਂ, ਫਿਰ ਵੀ ਲੋਕੀ ਕਿਉਂਕਿ ਸਟੈਟਿਸਟਿਕਸ ਨਾਲ ਨੰਬਰ ਖਲਵਾੜ ਕਰਕੇ ਉਹ ਦਿਖਾ ਦਿੰਦੇ ਨੇ ਕਿ ਇੰਨਿਆਂ ਦੀਆਂ ਮੌਤਾਂ ਹੋ ਗਈਆਂ, ਇੰਨੇ ਕੇਸਸ ਹੋ ਗਏ, ਸਾਰੀ ਖਲਵਾੜ ਆ ਨੰਬਰਾਂ ਨਾਲ। ਤੇ ਫਿਰ ਉਹ ਕਹਿਣਗੇ ਜੀ ਨਵਾਂ ਵੇਰੀਐਂਟ ਦੀਆਂ ਲਵਾਓ, ਇਹ ਲਾਜ਼ਮੀ ਹੈ। ਫਿਰ ਉਹਨਾਂ ਨੇ ਇੱਕ ਹੋਰ ਨਵਾਂ, ਮੈਨੂੰ ਲੱਗਦਾ ਕਿਉਂਕਿ 7 ਹੋ ਗਈਆਂ, ਫਿਰ ਇੱਕ ਹੋਰ ਨਵਾਂ ਵੇਰੀਐਂਟ ਲਿਆਉਣਗੇ, ਫਿਰ ਮੈਨੂੰ ਲੱਗਦਾ ਫਿਰ 4 ਕੁੜੀਆਂ ਲਵਾ ਦੇਣਗੇ। ਹਾਂਜੀ, ਕਵਲਜੀਤ ਜੀ ਵੀ ਸਵਾਲ ਕਰਨਾ ਚਾਹੁੰਦੇ ਆ ਪ੍ਰੇਮ ਰੀਤ, ਤੇ ਸਮਾਂ ਵੀ ਸਾਡਾ ਸਮਾਪਤ ਹੋ ਗਿਆ, ਮੇਰੇ ਦੂਜਾ ਸ਼ੋਅ ਸ਼ੁਰੂ ਹੋਣ ਦਾ ਟਾਈਮ ਹੋ ਗਿਆ ਸੀ, ਥੋੜੇ ਲੇਟ ਹੋ ਗਏ ਸੀ ਅੱਜ ਮੌਸਮ ਦੀ ਖਰਾਬੀ ਕਰਕੇ। ਮੈਂ ਚਾਹਾਂਗਾ ਕਿਸੇ ਦਿਨ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਕਿਸੇ ਦਿਨ ਤੁਸੀਂ ਸਪੈਸ਼ਲੀ ਇਕੱਲੇ ਆਓ, ਮੈਂ ਤੁਹਾਨੂੰ ਲਵਾਂਗਾ ਵੀਮਿਕਸ ਤੇ ਪ੍ਰੋਪਰਲੀ ਆਪਾਂ ਇਹ ਤੇ ਹੋਰ ਤੁਹਾਡੇ ਕੋਲ ਡਿਟੇਲ 'ਚ ਜਾਣਕਾਰੀਆਂ ਲਵਾਂਗੇ। ਤੁਸੀਂ ਜਿਹੜਾ ਪ੍ਰੇਮ ਜੀ ਕਰਨਾ ਸੀਗਾ। ਹਾਂਜੀ ਕਮਲਜੀਤ ਜੀ, ਜਿੱਦਾਂ ਹੁਣ ਇਹਨਾਂ ਨੇ ਚੌਥੀ ਡੋਜ਼ਸ ਵੀ ਹੈ ਨਾ, ਇਟ ਮੀਨਸ ਇਹ ਆਲਰੇਡੀ ਜਿਹੜਾ ਅਫੈਕਟ ਆ ਉਹਨਾਂ ਨੂੰ ਹੁਣ ਜਿਹੜੇ ਵੈਕਸੀਨੇਟਡ ਲੋਕ ਆ 70% ਉਹਨਾਂ 'ਤੇ ਹੋ ਰਿਹਾ, ਤੇ ਇਟ ਮੀਨਸ ਕਿ ਇਹ ਜਿਹੜੀਆਂ 2 ਡੋਜ਼ਸ ਸੀਗੀਆਂ ਉਹ ਤਾਂ ਫਿਰ ਹੁਣ ਖਤਮ ਹੋ ਗਈਆਂ। ਔਰ ਇੰਨੀ ਜਲਦੀ ਵੈਕਸੀਨੇਸ਼ਨ ਕਦੀ ਪਹਿਲਾਂ ਲਾਈਫ 'ਚ ਕਦੀ ਲੱਗੀ ਸੀਗੀ? ਕਦੀ ਮੇਰੇ ਹਿਸਾਬ ਨਾਲ ਤਾਂ ਕਦੀ ਨਹੀਂ ਇੱਦਾਂ ਹੋਇਆ ਕਿ ਉਹ ਪਹਿਲਾਂ ਐਨੀਮਲਸ 'ਤੇ ਹੁੰਦਾ ਸੀ।
ਹਨਾ ਵੱਡੇ ਤੋਂ ਵੱਡੇ ਡਾਕਟਰ ਕਹਿ ਰਹੇ ਨੇ, ਨੋਬਲ ਪ੍ਰਾਈਜ਼ ਵਿਨਰ ਵਾਇਰੋਲੋਜਿਸਟ ਕਹਿ ਰਹੇ ਨੇ, ਲਿਊਕ ਮੌਂਟੇਨੀਗਰ, ਜਿਨ੍ਹਾਂ ਨੇ mRNA ਟੈਕਨੋਲੋਜੀ ਬਣਾਈ ਹੈ, ਰੋਬਰਟ ਮਲੋਨ, ਹੋਰ ਡਾਕਟਰ ਇੱਦਾਂ ਦੇ ਜਿਨ੍ਹਾਂ ਨੇ PCR ਬਣਾਇਆ, ਹੋਰ ਜਿਹੜੇ ਪਹਿਲਾਂ ਫਾਈਜ਼ਰ 'ਚ ਵੀ ਕੰਮ ਕਰਦੇ ਸੀਗੇ ਸਾਇੰਟਿਸਟ, ਜਿਹੜੇ ਆਪ ਵੈਕਸੀਨਸ ਬਣਾਉਂਦੇ ਸੀਗੇ, ਉਹ ਹੁਣ ਗ੍ਰੈਟ ਵੈਨ ਬੌਸ਼ ਉਹਦਾ ਨਾਂ, ਉਹ ਵੀ ਬਾਹਰ ਸਾਰੇ ਆ ਕੇ ਦੱਸ ਰਹੇ ਨੇ। ਪਰ ਸਿਰਫ ਇੰਨਾ ਇਹਨਾਂ ਦਾ ਮੀਡੀਆ ਤੇ ਇੰਨਾ ਕੰਟਰੋਲ ਦਾ, ਬਿਗ ਜਿਵੇਂ ਫੇਸਬੁੱਕ ਹੋ ਗਿਆ, WhatsApp ਹੋ ਗਿਆ, ਸਾਰੇ ਸੋਸ਼ਲ ਮੀਡੀਆ ਦੇ ਵੀ ਕੰਟਰੋਲ ਆ। ਰੋਇਟਰਸ ਦਾ ਜਿਹੜਾ ਵੱਡਾ ਸੀਗਾ ਡਾਇਰੈਕਟਰ, ਉਹ ਇਹਨਾਂ ਦੇ ਫਾਈਜ਼ਰ ਦੇ ਬੋਰਡ ਵਿੱਚ ਆ, ਹੋਰ FDA ਦੇ ਵੱਡੇ ਇਹਨਾਂ ਦੇ ਬੋਰਡ ਵਿੱਚ ਆ। ਸੋ ਇਟਸ ਆਲ ਪਲੇਡ ਵੈਲ। ਇਹ ਦੋ ਕੰਪਨੀਆਂ ਮੇਨ ਤੁਸੀਂ ਧਿਆਨ ਰੱਖੋਗੇ, ਵੈਨਗਾਰਡ ਤੇ ਬਲੈਕ ਰੌਕ, ਇਹਨਾਂ ਦੀਆਂ 99% ਜਿੰਨੀਆਂ ਕੰਪਨੀਆਂ ਹੋਰ ਆ ਵੱਡੀਆਂ, ਸਾਰੇ ਉਹਨਾਂ ਦੀ ਇਨਵੈਸਟਮੈਂਟ ਹੈ ਵਿੱਚ। ਬਿਲਕੁਲ ਠੀਕ ਹੈ ਜੀ। ਉਹ ਬਿਲ ਗੇਟਸ ਦਾ ਕਹਿੰਦੇ ਆ ਬਹੁਤ ਜ਼ਿਆਦਾ ਉਹਨਾਂ ਦੀ ਵਾਰਨਿੰਗ ਵੀ ਆਈ ਆ ਥੋੜੇ ਦਿਨ ਪਹਿਲਾਂ ਕਿ ਇੱਕ ਨਵੇਂ ਸਿਰੇ ਤੋਂ ਇੱਕ ਵੱਡੀ ਮਹਾਮਾਰੀ ਨੂੰ ਅਸੀਂ ਫੇਸ ਕਰਨ ਜਾ ਰਹੇ ਹਾਂ। ਪਹਿਲੇ ਹੀ ਪਤਾ ਲੱਗ ਜਾਂਦਾ ਉਹਨਾਂ ਨੂੰ, ਦੇਖੋ ਹਨਾ ਐਸਟ੍ਰੋਲੋਜਰ ਹੈ ਕਹਿ ਦਿੱਤਾ। ਸੋ ਕਮਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਸਾਡੇ ਕੋਲ ਥੋੜਾ ਸੀਗਾ ਔਰ ਕਿਸੇ ਦਿਨ ਫੇਰ ਆਪਾਂ ਖੁੱਲ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਕੋਈ ਗੱਲ ਨਹੀਂ, ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ ਪ੍ਰੇਮ ਜੀ, ਮੇਰੇ ਖਿਆਲ ਸਮਾਂ ਕਾਫੀ, ਮੇਰੇ ਦੂਜੇ ਗੈਸਟ ਚੰਡੀਗੜ੍ਹ ਵਾਲੇ ਆ ਗਏ ਆ ਤੇ ਤੁਸੀਂ ਕਨਕਲੂਡ ਕਰਨਾ, ਕੋਈ ਆਖਰੀ ਸ਼ਬਦ ਕਹਿਣਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਮੈਂ ਚਲੋ ਸਾਰੀ ਦੁਨੀਆ ਨੂੰ ਹੀ ਇਹ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਦੇਖੋ, ਸੋਚਣ ਸਮਝਣ ਦਾ ਸਮਾਂ ਆ। ਔਰ ਜਿਹੜੇ ਸਾਡੇ ਕੈਨੇਡਾ ਦੇ ਵਸਨੀਕ ਆ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਦੇਖੋ ਕਿ 4 ਪ੍ਰੋਵਿੰਸਸ ਸੀਗੇ, ਓਨਟਾਰੀਓ, ਕਿਊਬੈਕ, ਬ੍ਰਿਟਿਸ਼ ਕੋਲੰਬੀਆ ਤੇ ਚੌਥਾ ਹੈਗਾ ਅਲਬਰਟਾ। ਉੱਥੇ ਇਹ ਮਹਾਮਾਰੀ 2020 ਦੇ ਵਿੱਚ ਉੱਥੇ ਲੋਕਾਂ ਨੂੰ ਅਫੈਕਟ ਕੀਤਾ। ਜਿਹੜੇ ਬਾਕੀ ਪ੍ਰੋਵਿੰਸਸ ਸੀਗੇ, ਜਿੱਦਾਂ ਹੁਣ ਵਿਨੀਪੈਗ ਹੋ ਗਿਆ, ਕਹਿ ਲਓ ਕਿ ਨਿਊ ਬ੍ਰਾਂਸਵਿਕ ਹੋ ਗਿਆ, ਨੋਵਾ ਸਕੋਸ਼ੀਆ ਹੋ ਗਿਆ, ਪ੍ਰਿੰਸ ਐਡਵਰਡ, ਯੂਕੋਨ, ਨਾਨਾਵਰਟ, ਨਾਰਥ ਵੈਸਟ ਟੈਰੀਟਰੀ, ਇੱਥੇ ਲੋਕਾਂ ਨੂੰ ਕਿਉਂ ਨਹੀਂ ਇਫੈਕਟ ਹੋਇਆ? ਕੀ ਉਹ ਲੋਕਾਂ ਨੇ ਕਦੀ ਟਰੈਵਲ ਨਹੀਂ ਕੀਤਾ, ਜਾਂ ਉਹਨਾਂ ਦਿਨਾਂ ਦੇ ਵਿੱਚ ਵੀ ਕਦੀ ਟਰੈਵਲ ਨਹੀਂ ਕੀਤਾ? ਕਿ ਜੇ ਚਾਈਨਾ ਤੋਂ ਵਾਇਰਸ ਆਇਆ, ਮਤਲਬ ਕਿ ਉਹਨਾਂ ਨੇ ਇੰਟਰਨੈਸ਼ਨਲ ਕਿਤੇ ਟਰੈਵਲਿੰਗ ਨਹੀਂ ਕੀਤੀ ਸੀ। ਕਿੱਡਾ ਵੱਡਾ ਨੰਬਰ। ਅਸਲ 'ਚ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਜਿਹੜੇ ਪ੍ਰੋਵਿੰਸਸ ਸੀਗੇ, 4 ਪ੍ਰੋਵਿੰਸਸ ਜਿਹੜੇ ਮੈਂ ਗਿਣਾਏ ਆ, ਇੱਥੇ ਇਹਨਾਂ ਨੇ 5G ਦੀ ਟੈਸਟਿੰਗ ਕੀਤੀ ਸੀ। ਔਰ ਮੋਸਟਲੀ ਜਿਹੜਾ GTA ਇਲਾਕਾ, ਔਰ ਕਿਊਬੈਕ ਦੇ ਵਿੱਚ ਮੌਂਟਰੀਅਲ, BC ਦੇ ਵਿੱਚ ਵੈਨਕੂਵਰ, ਤੇ ਚੌਥਾ ਅਲਬਰਟਾ ਦੇ ਵਿੱਚ ਆਪਣੇ ਕੈਲਗਰੀ ਤੇ ਐਡਮਿੰਟਨ, ਇੱਥੇ ਇਹਨਾਂ ਨੇ ਇਹਦੀ 5G ਦੀ ਟੈਸਟਿੰਗ ਕੀਤੀ ਸੀ ਔਰ ਉੱਥੇ ਹੀ ਇਫੈਕਟ ਹੋਇਆ। ਇਹ ਸਮਝਣਾ ਪੈਣਾ ਹੈ। ਇਹ ਬਹੁਤ ਹੀ ਲਾਈਕ ਦੇਖੋ ਸਾਡੇ ਸਰੋਤੇ ਬੜੇ ਸਟੇਟ ਤੁਸੀਂ ਗਿਣਾ ਰਹੇ ਹੋ ਨਾ, ਮੇਰੇ ਖਿਆਲ ਉੱਥੇ ਪਾਪੂਲੇਸ਼ਨ ਵੀ ਬਹੁਤ ਘੱਟ ਹੈ। ਬਟ ਉਹ ਕਹਿੰਦਾ, ਮੰਨ ਲਓ ਗਿੱਲ ਸਾਹਿਬ, ਕਿ ਉੱਥੇ ਕਿਉਂ ਨਹੀਂ ਇਫੈਕਟ ਹੋਇਆ? ਮੰਨ ਲਓ ਕਿ ਉਹ ਲੋਕੀ ਕੀ ਉਹ ਉੱਥੇ ਰਹਿੰਦੇ ਆ, ਕੀ ਉਹ ਆਲੇ ਦੁਆਲੇ ਕਿਤੇ ਜਾਂਦੇ? ਯਾਨੀ ਕਿ ਤਰ੍ਹਾਂ ਇਨਫੈਕਸ਼ਨ ਦੇ ਤੌਰ ਤੇ ਜਾਂਦੀ ਹੈ ਤੇ ਫਿਰ ਕਿਉਂ ਨਹੀਂ ਗਈ? ਐਬਸੋਲੂਟਲੀ। ਹਾਂਜੀ, ਤਾਂ ਨਾ ਮਤਲਬ ਕਿ ਇਹ ਜਿਹੜਾ ਟਾਈਮ ਤੇ ਜਗ੍ਹਾ ਵਾਲੀ ਗੱਲ ਆ, ਇਹ ਮੈਂ ਤਾਂ ਬਾਰ-ਬਾਰ ਦੁਹਰਾ ਰਿਹਾ ਕਿ ਇਹ ਇਦਾਂ ਕਿਉਂ ਹੈਗਾ ਕਿ ਜੇ ਵਾਇਰਸ ਇੱਥੇ ਇੰਟਰਨੈਸ਼ਨਲ 에ਅਰਪੋਰਟ ਇੱਥੇ ਆ ਟੋਰਾਂਟੋ ਦੇ ਵਿੱਚ, ਤੇ ਵਾਇਰਸ ਹੋਣੀ ਜਾ ਰਿਹਾ ਹੈ ਜੀ ਉੱਥੇ ਨਿਆਗਰਾ ਫਾਲ, ਲੰਡਨ, ਓਨਟਾਰੀਓ, ਓਸ਼ਵਾ, ਫਿਰ ਇੱਧਰ ਨਾਰਦਰਨ ਓਨਟਾਰੀਓ, ਲਾਈਕ ਵਾਟ ਇਜ਼ ਦਿਸ? ਇਹ ਸੋਚਣਾ ਪੈਣਾ ਸਾਨੂੰ ਜੀ। ਦੋਸਤੋ, ਦੋਨੇ ਤਰ੍ਹਾਂ ਦੇ ਵਿਚਾਰ ਨਾਲ ਦੀ ਨਾਲ ਚੱਲਦੇ ਨੇ। ਫਿਰ ਵੀ ਅਸੀਂ ਤੁਹਾਨੂੰ ਕੋਈ ਇਹ ਨਹੀਂ ਕਹਿ ਰਹੇ ਕਿ ਤੁਸੀਂ ਵੈਕਸੀਨੇਸ਼ਨ ਨਹੀਂ ਕਰਾਉਣੀ। ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਬਾਰੇ ਸਮਝੋ, ਸਟੱਡੀ ਕਰੋ। ਜਿਹੜੇ ਸਾਇੰਟਿਸਟ ਨੇ ਉਹਨਾਂ ਦੀ ਜਿਹੜੀ ਨਿੱਤ ਨਵੀਆਂ ਸਟੱਡੀਜ਼ ਆਉਂਦੀਆਂ ਨੇ ਉਹਨਾਂ ਦੇ ਉੱਤੇ ਵੀ ਗੌਰ ਕਰੋ। ਤੇ ਅਸੀਂ ਕੋਈ ਦਾਅਵਾ ਨਹੀਂ ਕਰਦੇ ਕਿ ਜਿਹੜੀ ਗੱਲ ਇਹ ਕਹਿ ਰਹੇ ਨੇ ਅਸੀਂ ਉਹ 100% ਉਹਦੇ ਨਾਲ ਸਹਿਮਤ ਹਾਂ, ਜਾਂ ਜਿਹੜੀ ਗੱਲ ਦੂਜੇ ਪਾਸਿਓਂ ਆ ਕਿ ਡਾਕਟਰ ਲੋਕ ਕਹਿ ਰਹੇ ਨੇ ਕਿ ਤੁਹਾਨੂੰ ਬੂਸਟਰ ਡੋਜ਼ ਲੈਣੀ ਪੈਣੀ ਆ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਗੱਲਾਂ 'ਚ ਕਿੰਨੀ ਕੁ ਸੱਚਾਈ ਆ। ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਆਪਣੀ ਚੇਤਨਾ ਦਾ ਪੱਧਰ ਉੱਪਰ ਚੁੱਕਣ ਦੀ ਕਿਤੇ ਨਾ ਕਿਤੇ ਜ਼ਰੂਰ ਹੈ। ਉਹਦੇ ਲਈ ਆਪਾਂ ਨੂੰ ਹਰ ਤਰ੍ਹਾਂ ਦੇ ਵਿਚਾਰ ਜਿਹੜੇ ਆ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ, ਉਹਨੂੰ ਸੁਣਨਾ ਚਾਹੀਦਾ, ਸਮਝਣਾ ਚਾਹੀਦਾ, ਤੇ ਫਿਰ ਆਪਣੀ ਰਾਏ ਬਣਾਉਣੀ ਚਾਹੀਦੀ ਆ। ਤੁਹਾਡਾ, ਮੇਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਪ੍ਰੇਮ ਜੀ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਸਮੇਂ ਨਾਲ ਸਾਨੂੰ ਗੱਲਾਂ ਦੱਸੀਆਂ। ਬਹੁਤ ਸ਼ੁਕਰੀਆ ਜੀ। ਥੈਂਕ ਯੂ।